क्योंकि मैं चाहता था कि किस तरीके मैं कैनेडा मूव हो जावां, भावें कोई कलाकार ना भज जावां। सोचा सीगा इदां दा कोई प्लान सोचा सी कि कोई मैनूं लै जावे शो लाउणी मैं उत्थे भज जाऊँगा, पर वो इदां नहीं हो सकिया। कदे मारदे सी ਠਾਠਾਂ ਜਿਹੜੇ मित्रों अज पानी नहरी हो गए, डूंगे जहरी हो गए। ਜਿਹੜੇ ਖਾਂਦੇ ਸੀ ਘਰਾਂ 'ਚ ਦੁੱਧ ਮੱਖਣੀ ਉਹ ਡੋਲੂ ਚੱਕ ਡੈਰੀ ਹੋ ਗਏ। ਨੰਗੇ ਪੈਰੀ ਹੋ ਗਏ ਤੁਰ ਤੁਰ ਪੇ ਨਰਾਲੀ ਰਹੀ, ਕਿੱਕਰ ਨਾ ਟਾਲੀ ਖਾ ਕੇ ਫਸਲਾਂ ਨੂੰ ਪਾਲੀ, ਹੱਥ ਫੜ ਕੇ ਕਹੀ ਕਿੱਥੋਂ ਗੱਲ ਤੋਰਾਂ ਗੱਲ ਤੁਰਦੀ ਨਹੀਂ। ਜੀ ਸਭ ਤੋਂ ਪਹਿਲਾਂ ਜੀ ਮੈਂ ਨਿਰਮਲ ਸਿੱਧੂ ਜੀ ਨਾਲ ਲੱਗਾ ਸੀਗਾ ਜੀ। ਨਿਰਮਲ ਸਿੱਧੂ ਜੀ ਨਾਲ ਮਿਲਣ ਦਾ ਬਹਾਨਾ ਵੀ ਇਹ ਹੋਇਆ ਕਿ ਮੈਂ ਇਸੇ ਕੰਮ ਦੀ ਤਲਾਸ਼ ਵਿੱਚ ਮੈਂ ਲੈਂਬਰ ਹੁਸੈਨਪੁਰੀ ਜੀ ਇਹਨੂੰ ਮਿਲਿਆ ਸੀਗਾ। ਉਹਨਾਂ ਦੇ ਸਟਰਗਲਿੰਗ ਟਾਈਮ ਵਿੱਚ ਜਦੋਂ ਉਹਨਾਂ ਦਾ ਇੰਨਾ ਨਾਮ ਨਹੀਂ ਸੀਗਾ ਔਰ ਉਹਨਾਂ ਦਾ ਮੈਂ ਦਫ਼ਤਰ ਖੋਲ੍ਹਦਾ ਹੁੰਦਾ ਸੀਗਾ। 3-4 ਸਾਲ ਮੈਂ ਉਹਨਾਂ ਦਾ ਦਫ਼ਤਰ ਖੋਲ੍ਹਿਆ ਤਾਂ ਉੱਥੇ ਹੀ ਕਿਉਂਕਿ ਸਿੰਗਰਾਂ ਦੇ ਨਾਲ ਸਿੰਗਰ ਮਿਲਦੇ, ਉੱਥੇ ਨਿਰਮਲ ਜੀ ਨੂੰ ਮੈਂ ਮਿਲਿਆ, ਉਹਨਾਂ ਦਾ ਕੰਮ ਕੋਰਸ ਕਰਨ ਲੱਗਾ। ਉਹਨਾਂ ਦਾ ਕਰਦੇ 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 ਮੇਰਾ ਅਮਰਿੰਦਰ ਗਿੱਲ ਜੀ ਉਹਨਾਂ ਨਾਲ ਗੱਲ ਹੋਈ ਮੇਰੀ। ਉਦੋਂ ਉਹਨਾਂ ਦਾ ਆਪਣੇ ਐਲਬਮ ਆਈ ਸੀਗੀ ਦਿਲਦਾਰੀਆਂ ਤੋਂ ਬਾਅਦ ਦੀ ਗੱਲ ਹੈ ਜੀ। ਉਹਨਾਂ ਨਾਲ ਮੈਂ 2 ਸਾਲ ਕੰਮ ਕੀਤਾ। ਉਸ ਤੋਂ ਬਾਅਦ ਮੈਂ ਪ੍ਰੀਤਰਪਾਲ ਜੀ ਨਾਲ ਉਹਨਾਂ ਨਾਲ ਮੈਂ 7-8 ਸਾਲ ਕੰਮ ਕੀਤਾ ਹੈ ਔਰ ਪਰਸਨਲੀ ਉਹਨਾਂ ਨਾਲ ਮੈਂ ਕਾਫੀ ਅਟੈਚਮੈਂਟ ਰਹੀ ਮੇਰੀ ਉਹਨਾਂ ਨਾਲ ਔਰ ਬਹੁਤ ਚੰਗਾ ਸਮਾਂ ਬੀਤਿਆ ਉਹਨਾਂ ਨਾਲ। ਮੈਂ ਇਕੱਲਾ ਨਹੀਂ ਆਪਣੇ ਆਪ ਨਾ ਹੁੰਦਾ ਹਾਂ, ਕਦੇ ਕਿਸੇ ਸੋਚ ਨਾ ਤੇ ਕਦੇ ਜਜ਼ਬਾਤ ਨਾ, ਚੱਲਦੀ ਗੱਲ ਬਾਤ ਨਾ ਹੁੰਦਾ ਹਾਂ। ਜੀ ਆਪਣੀ ਗੱਲ ਇੱਦਾਂ ਕਿ ਉਤਰਿਆ ਮੈਂ ਨਾਪਾ ਨਹੀਂ ਸੀਗਾ ਜੀ ਵੈਸੇ, ਪਰ ਇਹ ਸਮੁੰਦਰ ਆ ਔਰ ਸਮੁੰਦਰ ਦੇ ਵਿੱਚ ਹੀ ਮੈਂ ਸਮਝ ਲਓ ਕਿ ਗਵਾਚ ਗਿਆ ਔਰ ਹੁਣ ਮੈਨੂੰ ਨਹੀਂ ਪਤਾ ਮੈਂ ਨਾਪ ਰਿਹਾ ਜਾਂ ਔਰ ਜਿਗਰਾ ਕਰ ਬਹਿ ਜਿਵੇਂ ਕਿਤੇ ਤੇਰੀ ਪੂਰੀ ਪੈ ਜਾਏ। ਇਹ ਗਲੀਆਂ ਚਮਕੌਰ ਦੀਆਂ ਤਲੀ ਤੇ ਸਿਰ ਰੱਖ ਤੋੜਦੀਆਂ, ਉਹ ਲੱਖ ਲੱਖ ਨਾਲ ਕੱਲਾ ਖਹਿ ਜਾਏ ਪਰ ਖੜੇ ਨਾ ਬਹਿ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ MG ਟੈਲੀਕਾਸਟ ਤੇ MG ਟੈਲੀਕਾਸਟ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਜਿੰਦਰ ਘੁਮਾਣ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੁਪਨਿਆਂ ਦੀ ਪ੍ਰਵਾਸ। ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਸ਼ਖਸੀਅਤਾਂ ਦੇ ਅੰਦਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਹੁੰਦੀ ਹੈ ਤੇ ਉੱਚੀਆਂ ਪ੍ਰਵਾਜ਼ਾਂ ਭਰਿਆ ਕਰਦੇ ਨੇ। ਸੋ ਦੋਸਤੋ ਅੱਜ ਸਾਡੇ ਨਾਲ ਇੱਦਾਂ ਦੀ ਇੱਕ ਸ਼ਖਸੀਅਤ ਮੌਜੂਦ ਹੈ ਜੋ ਸੰਗੀਤ ਜਗਤ ਦੇ ਨਾਲ ਤਾਲੁਕਾਤ ਰੱਖਦੀ ਹੈ। ਜੇ ਉਹਨਾਂ ਦੇ ਕੰਮ 'ਤੇ ਝਾਤ ਮਾਰੀ ਜਾਵੇ ਤਾਂ ਮੇਰੇ ਖਿਆਲ 'ਚ ਉਹ ਪੈਸਾ ਬਚਾਉਣ ਦੇ ਚੱਕਰ ਦੇ ਵਿੱਚ ਸਾਰੇ ਕੰਮ ਆਪ ਹੀ ਸਾਂਭ ਲੈਂਦੇ ਨੇ। ਸਿੰਗਿੰਗ ਵੀ ਉਹ ਖੁਦ ਕਰਦੇ ਨੇ, ਕੰਪੋਜ਼ਿੰਗ ਵੀ ਉਹ ਖੁਦ ਕਰਦੇ ਨੇ ਤੇ ਰਾਈਟਿੰਗ ਵੀ ਉਹ ਕਰਦੇ ਨੇ ਤੇ ਰਾਈਟਿੰਗ ਉਹਨਾਂ ਦੀ ਬਾਕਮਾਲ ਹੈ। ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜਲੰਧਰ ਤੋਂ ਬਿਲੋਂਗ ਕਰਦੇ ਨੇ, ਦੀਪ ਕਤਨੌਰੀਆ ਉਹਨਾਂ ਦਾ ਨਾਮ ਹੈ। ਸਾਡੇ ਨਾਲ ਮੌਜੂਦ ਨੇ। ਆਪਾਂ ਉਹਨਾਂ ਦੀ ਗਾਇਕੀ ਦਾ ਲੁਤਫ ਮਾਣਾਂਗੇ, ਉਹਨਾਂ ਦੀ ਕੰਪੋਜ਼ਿੰਗ ਦਾ ਵੀ ਲੁਤਫ ਦੇਖਾਂਗੇ ਤੇ ਉਹਨਾਂ ਦੀ ਰਾਈਟਿੰਗ ਵੀ ਬਾਖੂਬੀਅਤ ਦੇ ਨਾਲ ਸੁਣਾਵਾਂਗੇ। ਸਵਾਗਤ ਕਰਦੇ ਹਾਂ ਜੀ MG ਟੈਲੀਕਾਸਟ ਦੇ ਵਿੱਚ। ਦੀਪ ਜੀ ਤੁਹਾਡਾ ਸਵਾਗਤ ਹੈ। ਸਰ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਜੀ ਸਰ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਜੋ ਮੇਰੇ ਵਾਸਤੇ 2 ਇੰਨੇ ਪਿਆਰ ਭਰੇ ਸ਼ਬਦ ਬੋਲੇ। ਜੀ ਹਾਂ, ਮੈਂ ਵੈਸੇ ਮੈਂ ਹਾਂ ਤਿੰਨੇ ਚੀਜ਼ਾਂ ਹਾਂ, ਪਰ ਸਾਬਤ ਹਾਲ ਤੱਕ ਕੁਝ ਨਹੀਂ ਕਰ ਸਕਿਆ ਮੈਂ। ਸਾਬਤ ਤੁਸੀਂ ਸਾਨੂੰ ਜ਼ਰੂਰ ਕਰਕੇ ਦਿਖਾਇਓ ਕਿਉਂਕਿ ਆਪਾਂ ਦਰਸ਼ਕਾਂ ਦੀ ਕਚਹਿਰੀ ਲਾਈ ਹੈ ਤਾਂ ਦਰਸ਼ਕ ਜ਼ਾਹਿਰ ਜੀ ਗੱਲ ਹੈ ਕਿ ਆਪਾਂ ਨੂੰ ਭਲੀ ਭਾਂਤ ਦੇਖ ਰਹੇ ਆ ਤਾਂ ਨਿਰਣਾ ਉਹ ਕਰਨਗੇ, ਆਪਾਂ ਆਪਣੀ ਜਿਹੜੀ ਕਲਾ ਉਹ ਦਿਖਾਉਣੀ ਹੈ, ਹੈ ਨਾ। ਤਾਂ ਦੀਪ ਜੀ ਮੈਂ ਚਾਹੂੰਗਾ ਕਿ ਜੇ ਤੁਹਾਨੂੰ ਇੱਕੋ ਰੱਸੇ ਇੱਕੋ ਕਸਵੱਟੀ ਵਿੱਚ ਬੰਨ੍ਹ ਕੇ ਦੇਖਿਆ ਜਾਵੇ ਤਾਂ ਤਿੰਨੇ ਕਲਾਵਾਂ ਇੱਕੋ ਗੀਤ ਦੇ ਵਿੱਚ ਕੁਛ ਇੱਦਾਂ ਦਾ ਤੁਹਾਡਾ ਹੈ, ਕਿਉਂਕਿ ਮੈਂ ਚਾਹੁੰਦਾ ਕਿ ਆਪਾਂ ਜਿਹੜੀ ਗੁਫ਼ਤਗੂ ਦੀ ਜਿਹੜੀ ਸ਼ੁਰੂਆਤ ਆ ਉਹ ਕਿਸੇ ਇਸ ਤਰੀਕੇ ਦੇ ਨਾਲ ਉਹਦਾ ਆਰੰਭ ਕਰੀਏ, ਉਹਦੇ ਵਿੱਚ ਤੁਹਾਡਾ ਲਿਖਿਆ ਗੀਤ ਵੀ ਆ ਜੇ, ਤੁਹਾਡੀ ਆਵਾਜ਼ ਤਾਂ ਅਸੀਂ ਸੁਣਾਂਗੇ ਹੀ ਤੇ ਕੰਪੋਜ਼ ਵੀ ਤੁਹਾਡਾ ਕੀਤਾ ਹੋਵੇ। ਜੀ ਬਿਲਕੁਲ ਸਰ, ਹਾਂ ਇਹ ਇਹਦਾ ਹੈ। ਕਾਫੀ ਗੀਤ ਹੈ ਮੇਰੇ ਜਿਹਦੇ ਵਿੱਚ ਸਾਰਾ ਕੁਛ ਮੇਰਾ ਹੀ ਹੈ, ਕੰਪੋਜੀਸ਼ਨ ਮੇਰੀ ਆ, ਲਿਖਿਆ ਵੀ ਮੈਂ ਹੀ ਹਾਂ ਜੀ ਔਰ ਮੈਂ ਨੈਚੁਰਲ ਤੁਹਾਨੂੰ ਪਤਾ ਵੀ ਗਾਇਆ ਵੀ ਮੈਂ ਹੀ ਹਾਂ। ਫਿਲਹਾਲ ਸ਼ੁਰੂਆਤ ਮੈਂ ਚਾਹੁੰਦਾ ਕਿ ਮੇਰਾ ਇਹ ਗੀਤ ਜੋ ਮੇਰੇ ਆਪਣੇ ਆਪ ਦੀ ਕਹਾਣੀ ਥੋੜ੍ਹੀ ਜਿਹੀ ਬਿਆਨ ਕਰਦੀ ਆ, ਸੋ ਉਸ ਤੋਂ ਸ਼ੁਰੂ ਕਰੀਏ ਆਪਾਂ। ਹਾਂਜੀ ਹਾਂਜੀ ਬਿਲਕੁਲ ਜ਼ਰੂਰ। ਮੈਂ ਇਕੱਲਾ ਨਹੀਂ
ਆਪਣੇ ਆਪ ਨਾ ਹੁੰਦਾ ਹਾਂ, ਮੈਂ ਇਕੱਲਾ ਨਹੀਂ। ਆਪਣੇ ਆਪ ਨਾ ਹੁੰਦਾ ਹਾਂ, ਕਦੇ ਕਿਸੇ ਸੋਚ ਨਾ ਤੇ ਕਦੇ ਜਜ਼ਬਾਤ ਨਾ, ਚੱਲਦੀ ਗੱਲ ਬਾਤ ਨਾ ਹੁੰਦਾ ਹਾਂ, ਮੈਂ ਇਕੱਲਾ ਨਹੀਂ। ਆਪਣੇ ਆਪ ਨਾ ਹੁੰਦਾ ਹਾਂ। ਬੜੇ ਰੌਲੇ ਰੱਪੇ ਮਿਲਦੇ ਨੇ ਤੇ ਬੜੇ ਸੱਪ ਖੜੱਪੇ ਮਿਲਦੇ ਨੇ, ਇਹਨਾਂ ਨਾਲ ਵੀ ਮੂੰਹ ਮਲਾਜ਼ੇ ਨੇ, ਨਿਤ ਸ਼ਾਮ ਸਵੇਰੇ ਮਿਲਦੇ ਨੇ। ਬਹੁਤਾ ਚੁੱਪ ਚਾਪ ਨਾ ਹੁੰਦਾ ਹਾਂ, ਬਹੁਤਾ ਚੁੱਪ ਚਾਪ ਨਾ ਹੁੰਦਾ ਹਾਂ, ਮੈਂ ਇਕੱਲਾ ਨਹੀਂ। ਆਪਣੇ ਆਪ ਨਾ ਹੁੰਦਾ ਹਾਂ। ਧੰਨਵਾਦ ਜੀ। ਵਾਹ ਜੀ ਵਾਹ, ਬਹੁਤ ਅੱਛੇ। ਕਲਮ ਵਾਕਿਆ ਹੀ ਤੁਹਾਡੀ ਬਹੁਤ ਖੂਬਸੂਰਤ ਹੈ। ਮੈਂ ਪੁੱਛਣਾ ਚਾਹੂੰਗਾ ਕਿ ਜਿਹੜੇ ਲਿਖਣ ਵਾਲੇ ਲੋਕ ਹੁੰਦੇ ਹਨ ਤਾਂ ਇਹ ਉਹਨਾਂ ਦੀ ਅੰਦਰਲੀ ਇੱਕ ਕਲਪਨਾ ਹੈ ਕਿ ਮੈਂ ਇਕੱਲਾ ਨਹੀਂ, ਆਪਣੇ ਆਪ ਨਾਲ ਹੁੰਦਾ। ਜਦੋਂ ਤੁਸੀਂ ਇਹ ਗੀਤ ਲਿਖਿਆ ਤੁਸੀਂ ਕੀ ਅੰਦਰੂਨੀ ਤੌਰ 'ਤੇ ਮਹਿਸੂਸ ਕੀਤਾ? ਐਕਚੁਅਲੀ ਸਰ ਸਾਰਾ ਇਹ ਮਹਿਸੂਸ ਦੀ ਗੱਲ ਹੈ। ਜਿੰਨਾ ਮੇਰਾ ਤਜਰਬਾ ਆ, ਮੈਂ ਬਹੁਤੇ ਜ਼ਿਆਦਾ ਗੀਤ ਨਹੀਂ ਲਿਖੇ ਹੈਗੇ, ਪਰ ਮੈਂ ਜਿੰਨੇ ਕੁ ਵੀ ਲਿਖੇ ਆ ਗੀਤ, ਮੈਨੂੰ ਐਵੇਂ ਆਪਣੇ ਮੂੰਹੋਂ ਕਹਿੰਦੇ ਹੁੰਦੇ ਆਪਣੀ ਵੱਡੀ ਵਡਿਆਈ ਕਰਨ ਦੀ ਗੱਲ ਆ, ਪਰ ਮੈਂ ਸੰਤੁਸ਼ਟ ਹਾਂ ਆਪਣੇ ਗੀਤਾਂ ਤੋਂ। ਔਰ ਮੈਂ ਕਦੀ ਭੁੱਖਾ ਨਹੀਂ ਹੈਗਾ ਕਿ ਮੈਂ ਮਤਲਬ ਅੱਜ ਤੱਕ ਲਿਆ ਕਿ ਅੱਜ ਮੈਂ ਲਿਖਣਾ ਤਾਂ ਮੈਂ ਸ਼ਾਮ ਤੱਕ ਲਿਖਣਾ ਜਾਂ ਮੈਂ ਘੰਟੇ ਤੱਕ ਲਿਖਣਾ। ਔਰ ਦੂਜੀ ਗੱਲ ਹੈ ਕਿ ਮੈਨੂੰ ਭੁੱਖਾ ਵੀ ਹੈਗਾ ਮੈਂ ਕਿ ਜਦੋਂ ਮੈਨੂੰ ਗੀਤ ਕੋਈ ਜਿੱਦਾਂ ਕਹਿੰਦੇ ਔੜਦਾ ਨਹੀਂ ਹੋ ਜਾਂ ਆਉਂਦਾ ਨਹੀਂ, ਆਮਦ ਨਹੀਂ, ਜੋ ਵੀ ਅੱਖਰ ਆ, ਕਿਉਂਕਿ ਇਹਨਾਂ ਨਾਲ ਮੈਨੂੰ ਬਹੁਤ ਆਸਰਾ ਹੈ ਮੈਨੂੰ ਇਹਨਾਂ ਦਾ। ਔਰ ਬੜੀ ਦਿਲੀ ਇੱਕ ਤਸੱਲੀ ਹੁੰਦੀ ਹੈ ਕਿ ਯਾਰ ਵੀ ਮੈਂ ਕੁਛ ਮੇਰੇ ਵਿੱਚ ਇੱਦਾਂ ਦੀ ਚੀਜ਼ ਹੈ ਜਿਹੜੀ ਮੈਨੂੰ ਮਾਣ ਵਧਾਉਂਦੀ ਹੈ ਮੇਰਾ ਆਪਣੇ ਆਪ ਦੇ ਵਿੱਚ। ਜੇ ਕੱਲ੍ਹ ਨੂੰ ਕੁਛ ਵੀ ਮੇਰੇ ਨਾਲ ਕੋਈ ਚੰਗਾ ਨਹੀਂ ਘਟਦਾ, ਪਰ ਇਹ ਇੱਕ ਤਸੱਲੀ ਬਖਸ਼ ਸਾਰੀ ਜ਼ਿੰਦਗੀ ਹੈ। ਮੈਂ ਚੱਲਾਂ ਨਾ ਚੱਲਾਂ, ਕਾਮਯਾਬ ਹੋਣਾ ਨਾ ਹੋਣਾ, ਇਹ ਮੇਰੇ ਖਿਆਲ ਨਾਲ ਬੰਦੇ ਦੇ ਹੱਥ ਦੀ ਗੱਲ ਨਹੀਂ ਹੈਗੀ, ਜਿੰਨਾ ਕੁ ਮੇਰਾ ਤਜਰਬਾ ਆ। ਪਰ ਤੁਹਾਡਾ ਜਿਹੜਾ ਕੰਮ ਆ ਐਟਲੀਸਟ ਤੁਸੀਂ ਉਸ ਤੋਂ ਤਾਂ ਸੈਟਿਸਫਾਈ ਹੋ, ਤਾਂ ਮੈਂ ਭਾਵੇਂ ਮੈਂ ਆਪਣੇ ਕੰਮ ਤੋਂ ਜਿੰਨੇ ਕੁ ਗੀਤ ਲਿਖੇ ਆ ਮੈਂ ਕਾਫੀ ਸੰਤੁਸ਼ਟ ਹਾਂ। ਔਰ ਇਹ ਜਿਹੜਾ ਇਹ ਵੀ ਤੁਸੀਂ ਗੱਲ ਕਰ ਰਹੇ ਸੀ ਕਿ ਗੀਤ ਕਿੱਦਾਂ ਨਾ, ਵੀ ਉਹੀ ਗੱਲ ਹੈ ਕਿ ਇਹ ਲੋਕਾਂ ਤੋਂ ਆਉਂਦਾ ਜਾਂ ਮਤਲਬ ਕੋਈ ਖਿਆਲ ਜਾਂ ਕੋਈ ਗੱਲ ਇੱਦਾਂ ਦੀ ਤੁਹਾਡੇ ਗੱਲ ਅੰਦਰ ਰਹਿ ਜਾਂਦੀ ਆ। ਇਹ ਵੀ ਇੱਕ ਤਜਰਬਾ ਇੱਕ ਜ਼ਿੰਦਗੀ ਦੇ ਵਿੱਚ। ਕਿਤੇ ਮੇਰੇ ਯਾਰ ਦੋਸਤ ਜਿਹੜੇ ਮੈਨੂੰ ਜਾਣਦੇ ਆ ਉਹਨਾਂ 'ਚ ਜ਼ਿਆਦਾਤਰ ਇੱਦਾਂ ਦੀਆਂ ਗੱਲਾਂ ਹੁੰਦੀਆਂ ਸੀ, ਬੰਦਾ ਗਵਾਚਾ ਜਿਹਾ ਰਹਿੰਦਾ ਜਾਂ ਮਤਲਬ ਇਹ ਕੁਛ ਇੱਦਾਂ ਦਾ ਹੀ ਆ, ਹੈ ਨਾ, ਵੀ ਰਲਦਾ ਮਿਲਦਾ ਨਹੀਂ। ਦੂਜੀ ਗੱਲ ਇਹ ਇੱਕ ਦੋ ਵਾਰ ਇਹ ਮਤਲਬ ਇਹ ਪੂਰਾ ਹੀ ਅੱਖਰ ਉਤਰ ਕੇ ਆ ਗਿਆ ਸੀ, ਕਿਸੇ ਤੋਂ ਹੀ ਆ ਗਿਆ ਸੀਗਾ ਕਿ ਵੀ ਉਹ ਯਾਰ ਉਹ ਤਾਂ ਆਪਣੇ ਆਪ ਨਾਲ ਹੀ ਹੁੰਦਾ ਆ, ਹੈ ਨਾ, ਵੀ ਉਹਨੂੰ ਗੱਲਾਂ ਕਰੋ ਤਾਂ ਉਹਨੂੰ ਦੋ ਵਾਰੀ ਪੁੱਛਿਆ ਤਾਂ ਕਹਿੰਦਾ ਹਾਂ ਯਾਰ ਤੂੰ ਕੀ ਕਹਿੰਦਾ, ਹੈ ਨਾ, ਤਾਂ ਵੀ ਪਤਾ ਨਹੀਂ ਕਿਹੜੀ ਦੁਨੀਆ 'ਚ ਹੁੰਦਾ। ਤਾਂ ਉਹ ਜਿਹੜੀ ਆਹ ਗੱਲ ਇਹ ਉਸ ਬੰਦੇ 'ਚੋਂ ਨਿਕਲੇ ਕਿ ਉਹ ਆਪਣੇ ਆਪ ਨਾਲ ਹੁੰਦਾ, ਤਾਂ ਉਹ ਮੈਨੂੰ ਚੰਗਾ ਲੱਗਾ ਕਿ ਮੈਂ ਇਕੱਲਾ ਨਹੀਂ, ਆਪਣੇ ਆਪ ਨਾਲ ਹੁੰਦਾ ਹਾਂ। ਫਿਰ ਉਸ ਤੋਂ ਬਾਅਦ ਉਹ ਗੱਲ ਦਾ ਇਹਨਾਂ ਨੂੰ ਮਤਲਬ ਕਿ ਇੱਕ ਹੁੱਕ ਲਾਈਨ ਰੱਖ ਕੇ ਤਾਂ ਫਿਰ ਉਸ ਤੋਂ ਬਾਅਦ ਉਹ ਜਿਹੜੀ ਗੱਲ ਅੱਗੇ ਬਣਦੀ ਗਈ। ਉਸ ਦੇ ਵਿੱਚ ਇਸ ਗੀਤ ਵਿੱਚ ਜਿੰਨਾ ਕੁ ਤੁਹਾਨੂੰ ਮੈਂ ਹੁਣ ਗੀਤ ਸੁਣਾਇਆ, ਇਹ ਸਥਾਈ ਅੰਤਰਾ ਹੀ ਆ ਫਿਲਹਾਲ, ਇਹਦੇ 4 ਅੰਤਰੇ ਆ। ਇਸ ਗੀਤੋਂ ਜੇ ਤੁਸੀਂ ਇੰਨਾ ਕੁ ਸੁਣੋਗੇ ਤੁਹਾਨੂੰ ਲੱਗੂਗਾ ਕਿ ਇਹ ਇੱਕ ਬੰਦਾ ਬਹੁਤ ਸੈਡ ਜਿਹਾ ਔਰ ਇਹ ਆਪਣੇ ਰੋਣਾ ਰੋ ਰਿਹਾ, ਪਰ ਇੱਦਾਂ ਨਹੀਂ ਹੈ। ਇਹਦੇ 4 ਅਲੱਗ ਤਰ੍ਹਾਂ ਦੇ ਮਤਲਬ ਕਿ ਬਿਆਨ ਕਹਾਣੀ ਕਰਦੀ। ਇੱਕ ਕਿ ਜਿੱਦਾਂ ਜ਼ਿੰਦਗੀ 'ਚ ਜੋ ਮੈਂ ਸੰਘਰਸ਼ ਤੋਂ ਦੀ ਗੱਲ ਕਰ ਰਹੀ। ਦੂਜੀ ਆ ਕਿ ਉਹ 'ਚ ਲਿਖਿਆ ਕਿ ਹਾਂ ਮੇਰੇ ਯਤਨ ਵੀ ਹੈਗੇ ਆ, ਮੈਂ ਇਹ ਨਹੀਂ ਕਿ ਸਿਰਫ ਬੈਠਾ ਕੇ ਝਾਕੀ ਮਾਰਦਾ। ਔਰ ਤੀਸਰੀ ਗੱਲ ਉੱਤੇ ਇਹ ਆ ਕਿ ਜੋ ਜ਼ਿੰਦਗੀ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਜਾਂ ਮੈਂ ਫੇਸ ਕੀਤਾ ਔਰ ਜਾਂ ਬੰਦਾ ਕਈ ਗੱਲਾਂ ਕਰਕੇ ਬੰਦਾ ਰਹਿ ਜਾਂਦਾ, ਉਹ ਵਜ੍ਹਾਵਾਂ ਲਿਖੀਆਂ। ਔਰ ਚੌਥਾ ਅੰਤਰਾ ਮੈਂ ਪਹਿਲੇ ਤਾਂ ਇਹ ਗੀਤ ਖ਼ਤਮ ਕਰਤਾ ਸੀਗਾ ਇੱਥੋਂ, ਪਰ ਫਿਰ ਪਤਾ ਨਹੀਂ ਕਿਉਂ ਇੱਕ ਗੱਲ ਦਿਮਾਗ 'ਚ ਆਉਂਦੀ ਰਹੀ ਕਿ ਇਹ ਮੈਂ ਆਹ ਕੀਤਾ, ਮੈਂ ਉਹ ਕੀਤਾ, ਇਹ ਐਵੇਂ ਦੂਜੀਆਂ ਗੱਲਾਂ ਆ, ਛੋਟੀਆਂ ਗੱਲਾਂ ਆ। ਇਹ ਤਾਂ ਸਾਰੀ ਦੁਨੀਆ ਕੋਈ ਨਾ ਕੋਈ ਫੇਸ ਕਰ ਰਹੀ ਹੈ, ਦੁੱਖ ਜਾਂ ਸੁੱਖ ਸਾਰਿਆਂ ਨਾਲ ਜੁੜਿਆ ਹੀ ਆ। ਔਰ ਮੇਰੇ ਕੀਤੇ ਕੁਛ ਨਹੀਂ ਹੁੰਦਾ, ਕਿਸੇ ਦੇ ਕੀਤੇ ਕੁਛ ਨਹੀਂ ਹੁੰਦਾ। ਇਹ ਲੋਕੀ ਗੱਲਾਂ ਕਹਿਣ ਵਾਲੀ ਗੱਲ ਹੁੰਦੀ ਹੈ, ਕਰਨਾ ਹੀ ਸਾਡੇ ਹੱਥ ਆ, ਪਰ ਉਹਦਾ ਰਿਜ਼ਲਟ ਜਿਹੜਾ ਉਹ ਨਹੀਂ ਹੈਗਾ। ਫਿਰ ਇਸੇ ਹੀ ਗੀਤ ਵਿੱਚ ਇੱਕ ਐਂਡਲਾ ਅੰਤਰਾ ਆ, ਉਹ ਵਿੱਚ ਲਿਖਿਆ ਮੈਂ ਕਿ ਜਿਵੇਂ ਅੰਬਰਾਂ ਤੋਂ ਕਿਰਦਾ ਪਾਣੀ, ਉਹ ਕਿਰਪਾ ਬਾਰੇ ਲਿਖਿਆ ਮਾਲਕ ਦੀ, ਉਹ ਕਰਦਾ ਤਾਂ ਹੀ ਗੱਲ ਬਣਦੀ ਆ। ਬਾਕੀ ਦੇ ਰਿਕਸ਼ੇ ਵੀ ਚਲਾਉਂਦੇ ਆ ਸਾਰੇ, ਹਰ ਕੋਈ ਸਾਡੇ ਨਾਲੋਂ ਜ਼ਿਆਦਾ ਮਿਹਨਤ ਕਰ ਰਹੇ ਆ ਨਾ। ਸੋ ਲਿਖਿਆ ਕਿ ਜਿਵੇਂ ਅੰਬਰਾਂ ਤੋਂ ਕਿਰਦਾ ਪਾਣੀ ਧਰਤੀ ਦੀ ਹਿੱਕ 'ਤੇ ਵਰਦਾ ਏ,
ਕਿਤੇ ਖੇਤਾਂ ਤੇ ਕਿਤੇ ਗਲੀਆਂ ਨੂੰ, ਚਿਹਰੇ 'ਤੇ ਆਈਆਂ ਸਲੀਆਂ ਨੂੰ ਨਲਾ ਧੋ ਕੇ ਸੁਥਰਾ ਕਰਦਾ ਏ। ਸਭ ਧੋਣੇ ਧੋ ਦੇਵੇ, ਸਭ ਜਿੱਤਾਂ ਹਾਰਾਂ ਉਹ ਦੇਵੇ। ਸਭ ਧੋਣੇ ਧੋ ਦੇਵੇ, ਸਭ ਜਿੱਤਾਂ ਹਾਰਾਂ ਉਹ ਦੇਵੇ। ਫਿਰ ਛੱਪੜ ਵੀ ਮਹਿਕਣ ਲੱਗਦੇ ਨੇ ਜਿੱਥੇ ਖਿੜਕੇ ਫੁੱਲ ਖੁਸ਼ਬੂ ਦੇਵੇ। ਰੱਬ ਦੇ ਰੰਗ ਮਾਣਦਾ ਹੁੰਦਾ ਹਾਂ, ਹਾਸਿਆਂ 'ਚ ਹੱਸ ਕੇ ਰੋਣਿਆਂ 'ਚ ਰੋ ਕੇ ਵਕਤ ਗੁਜ਼ਾਰਦਾ ਹੁੰਦਾ ਹਾਂ। ਮੈਂ ਇਕੱਲਾ ਨਹੀਂ, ਆਪਣੇ ਆਪ ਨਾਲ ਹੁੰਦਾ। ਸੋ ਇਹਦੀ ਸਾਰੀ ਕਹਾਣੀ ਹੈ ਜੀ। ਦਰਅਸਲ ਤੁਸੀਂ ਬੜੀ ਬਾਖੂਬੀਅਤ ਦੇ ਨਾਲ ਜ਼ਿਕਰ ਕੀਤਾ ਹੈ ਨਾ, ਪਰ ਹਰ ਬੰਦਾ ਜਿਹੜੀ ਲੇਖਕ ਲੋਕ ਹੁੰਦੇ ਆ ਉਹਨਾਂ ਦੀ ਸੋਚਣੀ ਬੜੀ ਡੂੰਘੀ ਹੁੰਦੀ ਹੈ ਨਾ, ਤਾਂ ਹਰ ਕਿਸੇ ਨਾਲ ਇਹ ਚੀਜ਼ਾਂ ਵਾਪਰਦੀਆਂ। ਹੋ ਸਕਦਾ ਕਿ ਕਿਸੇ ਨਾ ਕਿਸੇ ਹਾਲਾਤਾਂ ਦੇ ਵਿੱਚੋਂ ਅਸੀਂ ਵੀ ਇਸੇ ਤਰ੍ਹਾਂ ਗੁਜ਼ਰਦੇ ਹੋਈਏ ਨਾ, ਪਰ ਜਿਹੜਾ ਲੇਖਕ ਦਾ ਜਿਹੜਾ ਸੋਚਣ ਦਾ ਇੱਕ ਜ਼ਰੀਆ ਹੁੰਦਾ, ਤਰੀਕਾ ਹੁੰਦਾ, ਉਹ ਬੜਾ ਡੂੰਘਾਈ 'ਚ ਹੁੰਦਾ ਹੈ ਨਾ, ਤਾਂ ਉਹਨੂੰ ਉਸ ਆਪਣੇ ਤਰੀਕੇ ਨਾਲ ਕਲਪਨਾ ਕਰ ਦਿੰਦਾ ਕਿ ਮੈਂ ਇਕੱਲਾ ਨਹੀਂ, ਆਪਣੇ ਆਪ ਨਾਲ ਹੁੰਦਾ ਹੈ ਨਾ। ਸੋ ਇਹ ਚੀਜ਼ਾਂ ਮੇਰੇ ਖਿਆਲ 'ਚ ਰਾਈਟਰਸ ਲੋਕ ਦੇ ਹੱਥ ਵਾਸੀ ਆਈਆਂ। ਤਾਂ ਦੀਪ ਜੀ, ਤੁਹਾਡੇ ਤੋਂ ਜੇ ਪੁੱਛਣਾ ਚਾਹੂੰਗਾ ਕਿ ਤੁਸੀਂ ਗਾਇਕੀ ਦਾ ਜ਼ਿਆਦਾ ਸ਼ੌਂਕ ਰੱਖਦੇ ਹੋ ਜਾਂ ਲਿਖਣ ਦਾ ਜ਼ਿਆਦਾ ਸ਼ੌਂਕ ਰੱਖਦੇ ਹੋ? ਐਕਚੁਅਲੀ ਸਰ, ਜਿੰਨੀ ਵੀ ਤੁਸੀਂ ਗੱਲ ਕੀਤੀ ਆ, ਇਹ ਤੁਹਾਡਾ ਸਾਹਿਤ ਚੱਲ ਰਿਹਾ, ਮੈਨੂੰ ਇੱਦਾਂ ਲੱਗਦਾ। ਤੁਸੀਂ ਕਾਫੀ ਪੜ੍ਹਿਆ ਹੈ, ਬਟ ਮੇਰਾ ਐਕਸਪੀਰੀਅੰਸ ਇੱਦਾਂ ਦਾ ਨਹੀਂ ਰਿਹਾ। ਮੈਂ ਤਾਂ ਇਹ ਰੀਸੈਂਟਲੀ ਥੋੜ੍ਹੇ ਸਾਲਾਂ ਤੋਂ ਹੀ ਆ, ਕੋਈ 7-8 ਸਾਲਾਂ ਤੋਂ ਲਿਖਣਾ ਸ਼ੁਰੂ ਕੀਤਾ। ਔਰ ਗਾਇਕੀ ਜਿਹੜੀ ਆ, ਗਾਇਕੀ ਦਾ ਬਹੁਤ ਵੱਡਾ ਹੱਥ ਆ ਇਸ ਗੱਲ ਵਿੱਚ, ਕਿਉਂਕਿ ਇਹਦੀ ਭੁੱਖ, ਇਹਦੀ ਗਾਉਣ ਦਾ ਸ਼ੌਂਕ ਮੈਨੂੰ ਇੰਨਾ ਕੁ ਜ਼ਿਆਦਾ ਰਿਹਾ। ਸੁਣਨ ਦਾ ਸਭ ਤੋਂ ਜ਼ਿਆਦਾ ਰਿਹਾ। ਪਹਿਲੇ ਸੁਣਿਆ ਬਹੁਤ ਸਾਲ ਆ ਮੈਂ, ਸੁਣਨ ਤੋਂ ਬਾਅਦ ਗਾਉਣਾ, ਗੁਣਗੁਣਾਉਣ ਤੋਂ ਬਾਅਦ ਆਪਣੇ ਆਪ ਨੂੰ ਨਾਪਣਾ ਸ਼ੁਰੂ ਕੀਤਾ ਕਿ ਯਾਰ ਵੀ ਮੈਂ ਵੀ ਇਹਨਾਂ ਦੇ ਕਿਤੇ ਨੇੜੇ ਤੇੜੇ ਖੜਦਾ ਜਿਹਨੂੰ ਮੈਂ ਸੁਣਦਾ ਹਾਂ। ਨਾਪ ਚੁੱਕੇ ਹੋਣੇ ਜਾਂ ਨਹੀਂ? ਜੀ, ਨਾਪਣ ਦੀ ਗੱਲ ਇੱਦਾਂ ਕਿ ਉਤਰਿਆ ਮੈਂ ਨਾਪਾ ਨਹੀਂ ਸੀਗਾ ਜੀ ਵੈਸੇ, ਪਰ ਇਹ ਸਮੁੰਦਰ ਆ, ਔਰ ਸਮੁੰਦਰ ਦੇ ਵਿੱਚ ਹੀ ਮੈਂ ਸਮਝ ਲਓ ਕਿ ਗਵਾਚ ਗਿਆ। ਔਰ ਹੁਣ ਮੈਨੂੰ ਨਹੀਂ ਪਤਾ ਮੈਂ ਨਾਪ ਰਿਹਾ ਹਾਂ ਜਾਂ ਬਾਹਰ ਆ। ਕਹਿ ਸਕਦੇ ਹਾਂ ਕਿ ਸੰਗੀਤਿਕ ਰੰਗ ਦੇ ਵਿੱਚ ਬਿਲਕੁਲ ਰੰਗੇ ਗਏ ਹੋ। ਜੀ, ਇਹ ਮੈਂ ਸਮਝਦਾ ਹਾਂ, ਕਿਉਂਕਿ ਬੜੀ ਬੇਬਸੀ ਜੀ। ਮੈਂ ਹੁਣ ਤੱਕ ਮੈਂ ਤੋਂ ਛੁਟਕਾਰਾ ਵੀ ਲੈਣ ਦੀ ਬੜੀ ਕੋਸ਼ਿਸ਼ ਕੀਤੀ, ਯਤਨ ਵੀ ਕੀਤੇ, ਔਰ ਇਹ ਸੱਚੀ ਵੀ ਗੱਲ ਆ। ਪਰ ਕਦੀ ਜਦੋਂ ਮੈਂ ਰੁੱਸ ਜਾਂਦਾ ਤਾਂ ਇਹ ਮਨਾ ਲੈਂਦਾ ਮੈਨੂੰ, ਅਤੇ ਜਦੋਂ ਇਹ ਰੁੱਸ ਜਾਂਦਾ ਆ ਤਾਂ ਉਦੋਂ ਕੋਈ ਨਾ ਕੋਈ ਬਹਾਨਾ ਲੱਭ ਕੇ ਫਿਰ ਮੁੜ ਕੇ ਇਹਦੇ ਕੋਲ ਹੀ ਆਉਣਾ ਪੈਂਦਾ ਮੈਨੂੰ। ਸੋ ਪਰ ਇਹ ਜਿਹੜੀ ਬੜੀ ਗੱਲ ਸਾਡੇ ਦੋਨਾਂ ਵਿੱਚ ਹੀ ਹਾਲ ਤੱਕ ਹਾਲੇ ਜੱਗ ਜ਼ਾਹਰ ਨਹੀਂ ਮੈਂ ਕਰ ਸਕਿਆ, ਨਾ ਹੋਈ ਆ। ਦੀਪ ਜੀ, ਸੰਗੀਤ ਦੀ ਚੇਟਕ ਤੁਹਾਨੂੰ ਕਿਵੇਂ ਲੱਗੀ ਅਤੇ ਕਦੋਂ ਲੱਗੀ? ਜੀ ਸਰ, ਮੇਰੇ ਖਿਆਲ 14-15 ਸਾਲ ਦੀ ਉਮਰ ਮੇਰੇ ਹੋਊਗੀ ਮੇਰੀ। ਉਦੋਂ ਮੈਂ ਸਾਡੇ ਤੁਹਾਨੂੰ ਪਤਾ ਸਕੂਲਾਂ ਵਿੱਚ ਕੋਈ ਨਾ ਕੋਈ ਫੰਕਸ਼ਨ ਚੱਲਦੇ ਰਹਿੰਦੇ ਆ। ਸੋ ਉੱਥੇ ਮੈਂ ਸਰਦੂਲ ਜੀ ਭਾਜੀ ਦਾ ਇੱਕ ਗੀਤ ਗਾਇਆ ਸੀਗਾ ਜੀ ਕਿ ਜਦੋਂ ਹੋ ਗਈ ਮੇਰੀ ਡੋਲੀ ਮਾਏ ਅੱਖੀਆਂ ਤੋਂ ਓਲੇ, ਉਹ ਗਾਇਆ ਸੀਗਾ ਜੀ ਮੈਂ। ਹਾਂਜੀ, ਪਿੱਛੋਂ ਵੇਖ ਵੇਖ ਰੋਏਂਗੀ ਤੂੰ ਗੁੱਡੀਆਂ ਪਟੋਲੇ, ਬੜਾ ਖੂਬਸੂਰਤ ਗੀਤ ਸੀ ਹੈ ਨਾ। ਬੜੀ ਦੁਖਦ ਖਬਰ ਹੈ ਇਹ ਵੀ ਕਿ ਸਿਕੰਦਰ ਸਾਹਿਬ, ਮਰਹੂਮ ਸਿਕੰਦਰ ਸਾਹਿਬ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਆ। ਪਰ ਮੈਂ ਚਾਹੂੰਗਾ ਕਿ ਤੁਸੀਂ ਉਹਨਾਂ ਦੀਆਂ 2 ਸਤਰਾਂ ਸੁਣਾ ਕੇ ਇੱਕ ਤਰ੍ਹਾਂ ਦੀ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰੋ। ਹਾਂਜੀ ਜੀ, ਬਿਲਕੁਲ ਸਹੀ, ਠੀਕ ਹੈ। ਜਦੋਂ ਹੋ ਗਈ ਮੇਰੀ ਡੋਲੀ ਮਾਏ ਅੱਖੀਆਂ ਤੋਂ ਓਲੇ, ਜਦੋਂ ਹੋ ਗਈ ਮੇਰੀ ਡੋਲੀ ਮਾਏ ਅੱਖੀਆਂ ਤੋਂ ਓਲੇ, ਪਿੱਛੋਂ ਵੇਖ ਵੇਖ ਰੋਵੀਂ ਮੇਰੇ ਗੁੱਡੀਆਂ ਪਟੋਲੇ, ਵੇਖ ਵੇਖ ਰੋਵੀਂ ਮੇਰੇ ਗੁੱਡੀਆਂ ਪਟੋਲੇ। ਦੀਪ ਜੀ, ਬਹੁਤ ਅੱਛੇ। ਦੀਪ, ਮੈਂ ਪੁੱਛਣਾ ਚਾਹੂੰਗਾ ਕਿ ਰਾਈਟਰ ਜਿਹੜਾ ਹੁੰਦਾ ਹੈ ਨਾ, ਉਹਦੀ ਲਾਈਫ ਬਾਕੀਆਂ ਦੇ ਨਾਲੋਂ ਥੋੜ੍ਹੀ ਜਿਹੀ ਡਿਫਰੈਂਟ ਤਾਂ ਹੁੰਦੀ ਹੈ ਜ਼ਰੂਰ, ਕਿਉਂਕਿ ਉਹਦਾ ਇੱਕ ਸੋਚਣ ਦਾ ਤਰੀਕਾ ਬੜਾ ਡਿਫਰੈਂਟ ਹੁੰਦਾ ਹੈ। ਤੁਹਾਨੂੰ ਯਾਦ ਹੈ ਤੁਸੀਂ ਆਪਣਾ ਪਹਿਲਾ ਗੀਤ ਕਦੋਂ ਲਿਖਿਆ ਸੀ? ਹਾਂਜੀ ਸਰ। ਜੀ ਸਰ, ਗੀਤ ਪਹਿਲਾਂ ਮੈਂ ਲਿਖਿਆ ਸੀਗਾ ਕਿੱਥੋਂ ਗੱਲ ਤੋਰਾਂ ਗੱਲ ਤੁਰਦੀ ਨਹੀਂ, ਕਰੇ ਮਸਲਾ ਜੋ ਹੱਲ ਗੱਲ ਫੁਰਦੀ ਨਹੀਂ ਜੀ। ਔਰ ਇਹ ਦੋ ਲਾਈਨਾਂ ਦੇ ਜਿਹੜੇ ਮਾਇਨੇ ਆ ਉਹ ਮੈਨੂੰ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਮੈਨੂੰ ਗੀਤ ਨੂੰ ਇਹ, ਪਰ ਇਹਦੇ ਮਾਇਨੇ ਇਹੀ ਸੀਗੇ ਕਿ ਮੈਂ ਸੋਚ ਰਿਹਾ ਸੀਗਾ ਕਿ ਗੱਲ ਕਿੱਥੋਂ ਤੋਰਾਂ, ਕਿ ਗੱਲ ਤੁਰਦੀ ਨਹੀਂ, ਕਰੇ ਮਸਲਾ ਜੋ ਹੱਲ ਗੱਲ ਫੁਰਦੀ ਨਹੀਂ, ਵੀ ਮੇਰੇ ਗੀਤ ਨਾਲ ਲਿਖਣ ਦਾ ਮਸਲਾ ਜਿਹੜਾ ਤੋਰੇ ਇਹ ਕਿੱਦਾਂ ਗੱਲ ਬਣਦੀ ਨਹੀਂ। ਪਰ ਉਸ ਤੋਂ ਬਾਅਦ ਫਿਰ ਉਹ ਕਿੱਥੋਂ ਗੱਲ ਤੋਰਾਂ ਗੱਲ ਤੁਰਦੀ ਨਹੀਂ, ਕਰੇ ਮਸਲਾ ਜੋ ਹੱਲ ਗੱਲ ਫੁਰਦੀ ਨਹੀਂ, ਕਦੇ ਹੁੰਦਾ ਸੀ ਪੰਜਾਬ ਹਰ ਗੱਲ 'ਚ ਨਵਾਬ ਜਿਹਦੀ ਦਿੰਦੀ ਸੀ ਮਿਸਾਲ ਸਾਰੀ ਦੁਨੀਆ ਬਈ, ਕਿੱਥੋਂ ਗੱਲ ਤੋਰਾਂ ਗੱਲ ਤੁਰਦੀ ਨਹੀਂ, ਕਦੇ ਮਾਰਦੇ ਸੀ ਠਾਠਾਂ ਜਿਹੜੇ ਮਿੱਤਰੋ ਅੱਜ ਪਾਣੀ ਨਹਿਰੀ ਹੋ ਗਏ, ਡੂੰਘੇ ਜ਼ਹਿਰੀ ਹੋ ਗਏ, ਜਿਹੜੇ ਖਾਂਦੇ ਸੀ ਘਰਾਂ 'ਚ ਦੁੱਧ ਮੱਖਣੀ ਉਹ ਡੋਲੂ ਚੱਕ ਡੈਰੀ ਹੋ ਗਏ, ਨੰਗੇ ਪੈਰੀ ਹੋ ਗਏ,
ਤੁਰ ਤੁਰ ਪਏ ਨਿਰਾਲੀ ਰਹੀ, ਕਿੱਕਰ ਨਾ ਟਾਲੀ, ਖਾ ਕੇ ਫਸਲਾਂ ਨੂੰ ਪਾਲੀ, ਹੱਥ ਫੜ ਕੇ ਕਹੀ, ਕਿੱਥੋਂ ਗੱਲ ਤੋਰਾਂ ਗੱਲ ਤੁਰਦੀ ਨਹੀਂ। ਸੋ ਗਾਂ ਇੱਦਾਂ ਤਾਂ ਗੱਲ ਬਣਦੀ ਗਈ ਔਰ ਗੱਲ ਤੁਰਦੀ ਗਈ ਜੀ। ਜੀ ਬਹੁਤ ਅੱਛੇ ਖੂਬਸੂਰਤ ਕਲਮ ਹੈ ਤੁਹਾਡੀ। ਪਤਾ ਚੱਲਦਾ ਕਿ ਤੁਸੀਂ ਪਹਿਲੀ ਜਿਹੜੀ ਆਪਣੀ ਜਿਹੜੀ ਲਿਖਤ ਹੈ ਤੁਸੀਂ ਉਹੀ ਬੜੀ ਸ਼ਾਨਦਾਰ ਲਿਖੀ ਹੈ ਅਤੇ ਹੁਣ ਤੱਕ ਦਾ ਬਹੁਤ ਸਾਰੀਆਂ ਇੰਪਰੂਵਮੈਂਟ ਹੋਈਆਂ ਹੋਣਗੀਆਂ ਅਤੇ ਬਹੁਤ ਖੂਬਸੂਰਤ ਲਿਖਿਆ ਹੋਊਗਾ। ਤਾਂ ਭਾਜੀ ਜਦੋਂ ਇੱਕ ਰਾਈਟਰ ਲਿਖਦਾ ਹੈ ਤਾਂ ਉਹਦੇ ਜ਼ਿਹਨ 'ਚ ਬਹੁਤ ਕੁਝ ਹੁੰਦਾ ਹੈ ਨਾ, ਤੁਸੀਂ ਕਿਸੇ ਖਾਸ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਲਿਖਦੇ ਹੋ ਜਾਂ ਕੀ ਗੱਲ ਹੈ? ਸਰ ਇਸ ਬਾਰੇ ਤਾਂ ਮੈਂ ਪ੍ਰਭਾਵਿਤ ਕਾਫੀ ਹਾਂ, ਬਟ ਮੈਂ ਜ਼ਿਆਦਾ ਤੁਹਾਨੂੰ ਸੱਚ ਦੱਸਾਂ ਕਿ ਸਾਹਿਤ ਮੈਂ ਬਿਲਕੁਲ ਬਹੁਤ ਘੱਟ ਪੜ੍ਹਿਆ ਜੀ, ਕਿਉਂਕਿ ਮੈਂ ਰੀਸੈਂਟਲੀ ਹੁਣੇ ਸ਼ੁਰੂ ਕੀਤਾ। ਜਿੰਨੇ ਕੁ ਲੋਕਾਂ ਨੇ ਮੇਰੇ ਗੀਤ ਸੁਣੇ ਆ ਉਹਨਾਂ ਨੇ ਕਿਹਾ ਯਾਰ ਤੂੰ ਸਾਹਿਤ ਪੜ੍ਹਿਆ, ਤੂੰ ਮਤਲਬ ਤੇਰੀ ਤਰੱਕੀ ਹੋ ਸਕਦੀ ਹੈ। ਸੋ ਪ੍ਰਭਾਵਿਤ ਤਾਂ ਮੈਂ ਗਾਇਕੀ ਤੋਂ ਹੀ ਹਾਂ। ਉਹ ਗਾਣੇ ਤੋਂ ਬਾਅਦ ਜਿਹੜੇ ਗਾਉਂਦੇ ਨਹੀਂ, ਜਿਵੇਂ ਤੁਸੀਂ ਕਿਹਾ ਕਿ ਮੈਂ ਇਕੱਲਾ ਨਹੀਂ ਆਪਣੇ ਆਪ ਦੇ ਨਾਲ ਹੁੰਦਾ ਹੈ ਨਾ, ਤਾਂ ਤੁਸੀਂ ਖੁਦ ਤੋਂ ਉਹ ਤੁਹਾਡੇ ਨਾਲ ਉਹ ਆਪ ਬੀਤੀ ਵਾਪਰੀ ਹੈ ਨਾ, ਤਾਂ ਤੁਸੀਂ ਉਹ ਆਪਣੇ ਆਪ ਤੋਂ ਪ੍ਰਭਾਵਿਤ ਹੋ ਕੇ ਉਹ ਚੀਜ਼ ਲਿਖੀ ਹੈ ਨਾ। ਤਾਂ ਜਿਵੇਂ ਤੁਸੀਂ ਇਹ ਕਿਹਾ ਕਿ ਕਿੱਥੋਂ ਗੱਲ ਤੋਰਾਂ ਗੱਲ ਤੁਰਦੀ ਨਹੀਂ ਹੈ ਨਾ, ਤਾਂ ਮੈਂ ਪੁੱਛਣਾ ਚਾਹਣਾ ਕਿ ਤੁਸੀਂ ਜਦੋਂ ਵੀ ਕੋਈ ਵੀ ਚੀਜ਼ ਲਿਖਦੇ ਹੋ, ਜ਼ਰੂਰੀ ਨਹੀਂ ਇਹ ਸਿਰਫ ਦੋ ਚੀਜ਼ਾਂ, ਇਸ ਤੋਂ ਇਲਾਵਾ ਵੀ ਹੋਰ ਬਹੁਤ ਕੁਛ ਹੈ, ਤਾਂ ਤੁਹਾਡੇ ਜ਼ਿਹਨ 'ਚ ਕੁਛ ਹੁੰਦਾ ਹੈ ਕਿ ਯਾਰ ਮੇਰੇ ਆਹ ਦਿਮਾਗ 'ਚ ਚੱਲ ਰਿਹਾ ਤਾਂ ਮੈਂ ਇਸ ਚੀਜ਼ ਨੂੰ ਕਲਮੀ ਰੂਪ ਦੇ ਦਾਂ? ਜੀ ਖਿਆਲ 'ਚ ਹੁੰਦਾ, ਕਿਉਂਕਿ ਮੈਂ ਵਰਸਟਾਈਲ ਪਸੰਦ ਹੈ ਮੈਨੂੰ। ਕੋਈ ਸਿੰਗਰ ਆ, ਮੈਨੂੰ ਲੱਗਦਾ ਕਿ ਮੈਂ ਸਿੰਗਰ ਨੂੰ ਓਬਜ਼ਰਵ ਕੀਤਾ ਹੈ ਬਹੁਤ ਜ਼ਿਆਦਾ, ਔਰ ਮੈਨੂੰ ਇਹ ਲੱਗਦਾ ਕਿ ਕਿਸੇ ਦੀ ਜ਼ਿਆਦਾ ਉਮਰ ਜਾਂ ਕਿਸੇ ਗਾਇਕੀ ਦੀ ਜਾਂ ਕਿਸੇ ਇੱਕ ਉਸ ਬੰਦੇ ਦੀ ਤਾਂ ਹੀ ਉਮਰ ਜ਼ਿਆਦਾ ਵੱਡੀ ਹੁੰਦੀ ਹੈ ਅਗਰ ਜੇ ਉਹ ਹਰ ਤਰ੍ਹਾਂ ਸੌਦਾ ਵੇਚੇ। ਔਰ ਇਹ ਕੁਛ ਤੁਸੀਂ ਇਹਨੂੰ ਸੌਦਾ ਮੰਨਦੇ ਹੋ? ਨਹੀਂ, ਸੌਦਾ ਨਹੀਂ ਮੰਨਦਾ, ਪਰ ਮੈਂ ਜੋ ਵੀ ਓਬਜ਼ਰਵ ਕੀਤਾ ਕਿ ਆਪਾਂ ਅਗਰ ਜੇ ਇੱਕੋ ਹੀ ਚੀਜ਼ ਕਰੀ ਜਾਵਾਂਗੇ ਤਾਂ ਤੁਹਾਨੂੰ ਪਤਾ ਹੈ ਕਿ ਹਰ ਕੋਈ ਬੰਦਾ ਕਹਿੰਦਾ ਕਿ ਯਾਰ ਇਹ ਬੰਦਾ ਜੇ ਕੋਈ ਸੈਡ ਗਾਉਂਦਾ ਕਹਿਣਾ ਯਾਰ ਬੰਦੇ ਨੂੰ ਸੈਡ ਹੀ ਜੱਚਦਾ ਹੈ, ਕੋਈ ਕਹਿੰਦਾ ਕਿ ਇਹਨੂੰ ਬੀਟ ਹੀ ਜੱਚਦਾ, ਇਹਨੂੰ ਸੈਡ ਨਹੀਂ ਆਉਂਦਾ, ਕੋਈ ਕਹਿੰਦਾ ਕਿ ਗਜ਼ਲ ਨਹੀਂ ਆਉਂਦੀ, ਕੁਛ ਨਹੀਂ ਹੈ ਨਾ। ਕਿਉਂਕਿ ਮੈਂ ਸਾਰਾ ਕੁਝ ਸੁਣਿਆ ਹੈ ਔਰ ਮੈਂ ਕੁਝ ਯਤਨ ਵੀ ਕੀਤੇ ਗਾਉਣ ਦੇ, ਇਸੇ ਕਰਕੇ ਵੀ ਮੈਂ ਲਿਖਣ ਨੂੰ ਵੀ ਸੁਣਿਆ ਜ਼ਰੂਰ ਹੈ, ਲਿਖਿਆ ਭਾਵੇਂ ਹੁਣ ਹੀ ਥੋੜ੍ਹੇ ਚਿਰ ਤੋਂ ਕੁਛ ਸਾਲਾਂ ਤੋਂ ਸ਼ੁਰੂ ਕੀਤਾ, ਪਰ ਨਾਲ ਮੈਂ ਲਿਖਣ ਵੀ ਸੁਣਦਾ ਰਿਹਾ ਬਹਾਨੇ ਨਾਲ। ਇਹ ਮੈਨੂੰ ਪਤਾ ਨਹੀਂ ਸੀ ਵੀ ਉਹ ਵੀ ਕਿਤੇ ਨਾ ਕਿਤੇ ਮੇਰੇ ਅੰਦਰ ਆ ਰਿਹਾ। ਸੋ ਜਦੋਂ ਮੈਂ ਹੁਣ ਗੀਤ ਲਿਖਦਾ ਤਾਂ ਜਦੋਂ ਮੈਨੂੰ ਲੱਗਦਾ ਕਿ ਇਹ ਗੀਤ ਮੈਂ ਲਗਭਗ ਇੱਦਾਂ ਦਾ ਲਿਖ ਲਿਆ, ਫਿਰ ਜਦੋਂ ਮੈਨੂੰ ਉੱਦਾਂ ਦੀ ਦੁਬਾਰਾ ਫਿਰ ਲਿਖਣ ਦੀ ਕੋਈ ਖਿਆਲ ਵੀ ਆਉਂਦਾ, ਪਰ ਮੈਂ ਉਹਨੂੰ ਫੁੱਲ ਸਟਾਪ ਦੇ ਦਿੰਦਾ, ਕਿਉਂਕਿ ਮੈਨੂੰ ਲੱਗਦਾ ਕਿ ਯਾਰ ਲੋਕ ਕਹੋਗੇ ਵੀ ਤੂੰ ਉਹੀ ਰੋਂਦਾ ਰਹਿੰਦਾ, ਮਤਲਬ ਇੱਦਾਂ ਦੇ ਇੱਕ ਮਸਲਾ ਹੈ ਤੇਰੇ। ਸੋ ਮੈਂ ਚਾਹੁੰਦਾ ਕਿ ਹਰ ਤਰ੍ਹਾਂ ਦਾ ਇੱਕ ਆਪਣਾ ਮੈਨੂੰ ਲੋਕ ਸੁਣਨ ਔਰ ਕਹਿਣ ਕਿ ਤਾਂ ਹਰ ਤਰ੍ਹਾਂ ਦੇ ਵਿੱਚ ਤੁਸੀਂ ਇਸ ਤੋਂ ਇਲਾਵਾ ਹੋਰ ਕੀ ਲਿਖ ਚੁੱਕੇ ਹੋ? ਹੋਰ ਕਿਹੜਾ ਰੰਗ ਹੈਗਾ? ਸਰ ਮੈਂ ਤਾਂ ਤੁਹਾਨੂੰ ਆਪਣੇ ਗੀਤ ਹੀ ਦੱਸ ਸਕਦਾ, ਤੁਸੀਂ ਆਪ ਹੀ ਦੇਖ ਲਿਓ ਕਿਹੜਾ ਰੰਗ ਆ। ਜਿੱਦਾਂ ਕੋਈ ਮੈਂ ਫੋਕ ਵੀ ਲਿਖਿਆ ਆ, ਮੈਂ ਤੁਹਾਨੂੰ ਸੁਣਾਇਆ ਕਿ ਕਿੱਥੋਂ ਗੱਲ ਤੋਰਾਂ। ਇੱਕ ਆਪਣੇ ਪ੍ਰਤੀ ਲਿਖਿਆ, ਮੈਂ ਇਕੱਲਾ ਨਹੀਂ, ਉਹ ਮੇਰੇ ਆਪਣੇ ਜਜ਼ਬਾਤ ਆ, ਖਿਆਲ ਆ। ਔਰ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਉਹਦੇ ਵਿੱਚ ਕਾਫੀ ਕੁਝ ਇੱਦਾਂ ਲਿਖਿਆ ਕਿ ਮੈਂ ਜੋ ਫੇਸ ਕੀਤਾ ਹੈ ਨਾ। ਉਸ ਤੋਂ ਬਾਅਦ ਬੀਟ ਸੌਂਗ ਆ, ਕਿਉਂਕਿ ਦੁਨੀਆ ਬੀਟ ਸੌਂਗ ਮੈਂ ਚਾਹੂੰਗਾ ਕਿ ਇੱਕ ਵਾਰ ਜ਼ਰੂਰ ਤੁਹਾਡੇ ਸਤਰਾਂ ਨੂੰ ਸੁਣਨਾ ਚਾਹਣਾ ਕਿ ਬਾਈ ਨੇ ਕਿਸ ਲੈਵਲ ਦਾ ਬੀਟ ਸੌਂਗ ਲਿਖਿਆ ਹੋਵੇ। ਜੀ ਬੀਟ ਸੌਂਗ ਸਰ ਮੈਂ ਕਾਫੀ ਲਿਖੇ ਹੋਏ ਵੈਸੇ। ਚਲੋ ਤੁਹਾਨੂੰ ਮੈਂ ਫਿਲਹਾਲ ਇੱਕ ਆਪਣਾ ਗੀਤ ਸੁਣਾਉਣਾ ਜੀ, ਉਹਦੇ ਵਿੱਚ ਵੀ ਸ਼ਾਇਰੀ ਆ। ਤੁਸੀਂ ਸੁਣਾਓ, ਅਸੀਂ ਆਪਣਾ ਲੁਤਫ ਆਪਣੇ ਤਰੀਕੇ ਨਾਲ ਲੈ ਲਾਂਗੇ, ਦਰਸ਼ਕਾਂ ਨੂੰ ਪਤਾ। ਠੀਕ ਹੈ ਜੀ। ਬੋਲਿਆ ਕਿ ਬੱਚਿਆਂ ਦੇ ਵਾਂਗ ਦਿਲ ਜ਼ਿੱਦ ਕਰੀ ਬੈਠਾ ਏ, ਇੱਕੋ ਗੱਲ ਢੀਠ ਜਿਹਾ ਬਸ ਫੜੀ ਬੈਠਾ ਏ। ਬੜਾ ਸਮਝਾਇਆ ਬੜਾ ਗੱਲੀ ਬਾਤੀ ਲਾਇਆ, ਬੜਾ ਸਮਝਾਇਆ ਬੜਾ ਗੱਲੀ ਬਾਤੀ ਲਾਇਆ, ਹੈ ਨਹੀਂ ਮੰਨਦਾ ਮੈਂ ਦੇਖਿਆ ਮਨਾ ਕੇ, ਤੇਰੇ ਤੇ ਕਹਿੰਦਾ ਗੱਲ ਮੁੱਕਣੀ ਨਹੀਂ, ਚੰਗੇ ਭਲੇ ਨੂੰ ਗਈ ਏ ਪੰਗਾ ਪਾ ਕੇ। ਹਾਲ ਮੇਰੇ ਦਿਲ ਦਾ ਨੀ ਮੈਂ ਸ਼ਾਇਰੀ 'ਚ ਲਿਖਦਾ, ਨੀ ਤੇਰੇ ਬਾਰੇ ਜੋ ਖਿਆਲ ਸਾਰੇ ਡਾਇਰੀ 'ਚ ਲਿਖਦਾ ਨੀ। ਹਾਲ ਮੇਰੇ ਦਿਲ ਦਾ ਮੈਂ ਸ਼ਾਇਰੀ 'ਚ ਲਿਖਦਾ, ਨੀ ਤੇਰੇ ਬਾਰੇ ਜੋ ਖਿਆਲ ਸਾਰੇ ਡਾਇਰੀ 'ਚ ਲਿਖਦਾ। ਤੈਥੋਂ ਮਿਲੇ ਨੇ ਖਜ਼ਾਨੇ ਲਿਖੇ ਜੋ ਵੀ ਮੈਂ ਤਰਾਨੇ, ਜ਼ਰਾ ਸੁਣ ਮੇਰੀ ਜਾਨੇ ਕੰਨ ਲਾ ਕੇ। ਤੇਰੇ ਤੇ ਕਹਿੰਦਾ ਗੱਲ ਮੁੱਕਣੀ ਨੀ, ਚੰਗੇ ਭਲੇ ਨੂੰ ਗਈ ਏ ਪੰਗਾ ਪਾ ਕੇ, ਤੇਰੇ ਤੇ ਕਹਿੰਦਾ। ਜੀ ਵਾਹ ਜੀ ਵਾਹ, ਬਹੁਤ ਅੱਛੇ ਖੂਬਸੂਰਤ ਅਲਫਾਜ਼ ਆ ਅਤੇ ਖੂਬਸੂਰਤ ਫੀਲ ਹੈ। ਮੈਂ ਚਾਹੂੰਗਾ ਕਿ ਇੱਦਾਂ ਦੇ ਗੀਤ ਤੁਹਾਡੇ ਤੋਂ ਹੋਰ ਸੁਣਾ, ਪਰ ਇਹਦੇ ਨਾਲ ਕੁਛ ਤੁਹਾਡੀ ਜ਼ਿੰਦਗੀ ਦੇ ਵੀ ਝਾਤ ਮਾਰਦੇ ਹਾਂ। ਜਦੋਂ ਤੁਸੀਂ ਕਹਿੰਦੇ ਆ ਕਿ ਜਦੋਂ ਇੱਕ ਰਾਈਟਰ ਲਿਖਦਾ ਤਾਂ ਉਹਦੇ ਆਲੇ ਦੁਆਲੇ ਇੱਕ ਪੁਰੇ ਦੀ ਜਿਹੜੀ ਹਵਾ ਹੁੰਦੀ ਹੈ ਉਹ ਰੁਮਕਦੀ ਹੁੰਦੀ ਹੈ, ਠੰਡੀ ਹਵਾ ਰੁਮਕਦੀ ਹੁੰਦੀ ਹੈ ਨਾ। ਤਾਂ ਉਹਦਾ ਮਤਲਬ ਕਿ ਜਦੋਂ ਲਿਖਦਾ ਹੁੰਦਾ ਉਹਦੇ ਆਲੇ ਦੁਆਲੇ ਜੋ ਵੀ ਦੁਨਿਆਵੀ ਚੀਜ਼ਾਂ ਨਾਲ ਨਾਤਾ ਟੁੱਟ ਜਾਂਦਾ, ਉਹਦਾ ਜਿਹੜਾ ਫੋਕਸ ਆ ਸਿਰਫ ਉੱਥੇ ਹੀ ਮਤਲਬ ਹੁੰਦਾ ਕਿ ਹਾਂ ਜੋ ਉਹਦੇ ਦਿਮਾਗ ਵਿੱਚ ਗੱਲ ਚੱਲ ਰਹੀ ਹੈ।
ਕਦੇ ਇਦਾਂ ਦਾ ਲੱਗਿਆ ਤੁਹਾਨੂੰ ਜਾਂ ਨਹੀਂ? ਮੇਰਾ ਫੋਕਸ ਹੁਣ ਤੱਕ ਜੀ ਇਸੇ ਗੱਲ ਉੱਤੇ ਸੱਚ ਕਹਾਂ ਤਾਂ, ਔਰ ਫੋਕਸ ਦਾ ਹੀ ਇੱਕ ਅੱਜ ਇੱਕ ਕਹਿ ਲਓ ਪ੍ਰਣਾਮ ਹੈ ਕਿ ਮੈਂ ਤੁਹਾਡੇ ਕੋਲ ਹਾਂ, ਕਿਉਂਕਿ ਮੇਰੀ ਯਤਨ ਹੈ ਇਹ, ਔਰ ਫੋਕਸ ਸਾਬਤ ਕਰਦਾ ਹੈ ਆਪਣੇ ਆਪ ਨੂੰ ਕਿ ਮੈਂ ਤਾਂ ਜੋ ਕੀਤਾ ਉਹ ਤਾਂ ਆਪਣੇ ਮੂੰਹੋਂ ਮੀਆਂ ਮਿੱਠੂ ਕਮਾਉਣ ਵਾਲੀ ਗੱਲ ਆ, ਬਟ ਕਿ ਮੇਰੇ ਲੋਕ ਸਰਾਹ ਸਕਣ ਕਿ ਹਾਂ ਵੀ ਕਿ ਹੈ ਨਾ। ਬਾਕੀ ਇਹ ਹੈ ਕਿ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪੂਰੇ ਦੀ ਹਵਾ ਜਾਂ ਕੁਛ ਵੀ, ਕਿਉਂਕਿ ਇਹ ਜਿਹੜੀ ਗੱਲਾਂ ਆ, ਪਰ ਇਹ ਆ ਕਿ ਮੇਰੇ ਲਈ ਸਭ ਕੁਛ ਉਸ ਸਮੇਂ ਕੋਈ ਮਾਇਨੇ ਨਹੀਂ ਰੱਖਦੇ ਜਦੋਂ ਮੇਰੇ ਦਿਮਾਗ ਵਿੱਚ ਜਾਂ ਕੁਛ ਮੇਰੇ ਅੰਦਰ ਕੋਈ ਗੱਲ ਆਉਂਦੀ ਆ, ਔਰ ਫਿਰ ਉਸ ਦੀ ਭੁੱਖ ਇੰਨੀ ਕੁ ਵੱਧ ਜਾਂਦੀ ਹੈ ਕਿ ਯਾਰ ਇਸ ਫੀਲਿੰਗ ਨੂੰ ਮੈਂ ਕੋਈ ਅੱਖਰ ਬਣ ਸਕਣ, ਕਾਸ਼ ਇਹਦੇ ਕੁਛ ਇੱਦਾਂ ਦਾ ਕੁਛ ਜੋੜ ਬਣ ਕੋਈ ਇਹਨੂੰ ਕਲਮੀ ਰੂਪ ਦਿੱਤਾ ਜਾ ਸਕੇ। ਹਾਂਜੀ ਹਾਂਜੀ। ਸੋ ਹਾਂਜੀ, ਤਾਂ ਤੁਸੀਂ ਦੀਪ ਜੀ ਇੰਨੇ ਗੀਤ ਲਿਖ ਚੁੱਕੇ ਹੋ ਨਾ, ਬੜੇ ਖੂਬਸੂਰਤ ਗੀਤ ਨੇ, ਬਖੂਬੀਅਤ ਦੇ ਨਾਲ ਤੁਸੀਂ ਲਿਖੇ ਹੋਏ ਨੇ। ਕਿਸੇ ਸਿੰਗਰ ਦੇ ਨਾਲ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਆਪਣੇ ਗੀਤਾਂ ਨੂੰ ਕਿਸੇ ਦੀ ਆਵਾਜ਼ ਵੀ ਦਵਾ ਦੇਵਾਂ, ਜਾਂ ਤੁਸੀਂ ਖੁਦ ਹੀ ਗਾਉਣ ਦੀ ਰੀਝ ਤੱਕੀ ਬੈਠੇ ਹੋ? ਸਰ ਐਕਚੁਅਲੀ ਜਿਨ੍ਹਾਂ ਨੂੰ ਮੈਂ ਚਾਹੁੰਦਾ ਗਾਉਣ ਉਹਨਾਂ ਤੱਕ ਮੇਰੀ ਪਹੁੰਚ ਨਹੀਂ ਹੈਗੀ ਜੀ। ਜਿਵੇਂ ਕੌਣ, ਕਿਹਨਾਂ ਦੀ ਗੱਲ ਕਰ ਰਹੇ? ਜਿੱਦਾਂ ਜਿਸ ਤਰ੍ਹਾਂ ਮੇਰੇ ਗੀਤ ਦਾ ਟੇਸਟ ਹੈ, ਕਿਉਂਕਿ ਮੈਂ ਹੁਣ ਜੇ ਮੰਨ ਲਓ 50 ਗੀਤ ਲਿਖੇ ਆ, ਉਹਦੇ ਵਿੱਚ ਅਲੱਗ-ਅਲੱਗ ਮੈਨੂੰ ਲੱਗਦਾ ਕਿ ਉਹ ਸਿੰਗਰ ਜਿੱਦਾਂ ਹੁਣ ਕਿੱਥੋਂ ਗੱਲ ਤੋਰਾਂ। ਜੇ ਦੀਪ ਨੂੰ ਪੁੱਛਿਆ ਜਾਵੇ ਕਿ ਉਹਦੇ ਗੀਤਾਂ ਨੂੰ ਕਿਸ ਸਿੰਗਰ ਦੀ ਆਵਾਜ਼ ਦਿੱਤੀ ਜਾਵੇ ਤਾਂ ਉਹਦੇ ਜ਼ਿਹਨ 'ਚ ਕੀ ਹੋਊਗਾ? ਮੈਂ ਸਰ ਤੁਹਾਨੂੰ ਪਹਿਲੇ ਬੇਨਤੀ ਕੀਤੀ ਕਿ ਇਕੱਲਾ ਗੀਤ ਮੈਨੂੰ ਤੁਸੀਂ ਚੱਕ ਲਓ, ਮੈਂ ਕਹੂੰਗਾ ਆਹ ਉਹਨੂੰ ਦੇ ਦਿਓ, ਉਹਨਾਂ ਨੂੰ ਦੇ ਦਿਓ। ਕੋਈ ਇੱਕ ਦੱਸੋ ਜਿੱਦਾਂ ਕਿੱਥੋਂ ਗੱਲ ਤੁਰਦੇ ਨੇ। ਕਹਿੰਦਾ ਹੁੰਦਾ ਕਿ ਬਹੁਤ ਵੱਡੀ ਗੱਲ ਕਰਨ ਲੱਗਾ, ਮੈਂ ਮਾਨ ਸਾਹਿਬ ਨੂੰ ਚਾਹੁੰਦਾ ਕਿ ਉਹ ਮਤਲਬ ਇਹ ਗੀਤ ਕਰਨ। ਉਸ ਤੋਂ ਬਾਅਦ ਤੈਨੂੰ ਮੈਂ ਇਕੱਲਾ ਨਹੀਂ ਆਪਣੇ ਆਪ ਨਾਲ ਹੁੰਦਾ ਹਾਂ, ਅਮਰਿੰਦਰ ਗਿੱਲ ਜੀ ਦੀ ਮੈਨੂੰ ਉਹਨਾਂ ਦੀ ਵੋਕਲ ਬਹੁਤ ਚੰਗੀ ਲੱਗਦੀ ਆ, ਸੋ ਉਹ ਚਾਹੁੰਦਾ। ਹੋਰ ਕਾਫੀ ਗੀਤ ਆ ਜਿੱਦਾਂ ਸ਼ਾਇਰੀ ਜੀ ਆ, ਤਾਂ ਮਤਲਬ ਹੈ ਇੱਦਾਂ। ਹਾਂਜੀ ਜੀ। ਮੈਂ ਚਾਹੁੰਦਾ ਕਿ ਦੀਪ ਕਤਨੌਰੀਆ ਤੋਂ ਇੱਕ ਬੀਟ ਸੌਂਗ ਹੋਰ ਸੁਣਿਆ ਜਾਵੇ, ਸੁਣ ਸਕਦੇ ਹਾਂ? ਹਾਂ, ਬੀਟ ਸੌਂਗ ਤਾਂ ਹੈ, ਪਰ ਮੈਂ ਉਹੀ ਗੱਲ ਕਰਨ ਲੱਗਾ ਪੂਰਾ ਹੀ ਬੀਟ ਨਹੀਂ ਹੈਗਾ, ਇਹਦੇ ਵਿੱਚ ਮਾਇਨੇ ਹੈ ਗੀਤ ਦੇ। ਸੋ ਇੱਕ ਗੀਤ ਆ, ਬੀਟ ਆ, ਫੋਕ ਆ ਥੋੜ੍ਹਾ ਜਿਹਾ, ਔਰ ਉਹਦੀ ਸ਼ਾਇਰੀ ਤੁਹਾਨੂੰ ਮੈਨੂੰ ਮਤਲਬ ਕਾਫੀ ਪਸੰਦ ਆ। ਜੀ ਸ਼ੋਰ। ਹੋ ਪਰਖਣੇ ਨਾ ਬਹਿ ਜੀ ਕਿਤੇ ਕੱਲਾ ਰਹਿ ਜਾਏ, ਪਰਖਣੇ ਨਾ ਬਹਿ ਜੀ ਕਿਤੇ ਕੱਲਾ ਰਹਿ ਜਾਏ, ਸੱਜਣਾ ਦੀ ਯਾਦੀਆਂ ਤੁਰ ਗਏ ਤੋਂ ਬਾਦੀਆਂ, ਉਹ ਬਾਕੀ ਬਸ ਗੱਲਾਂ ਰਹਿ ਜਾਏ, ਪਰਖਣ ਨਾ ਬਹਿ ਜੀ। ਪੂਰਿਆਂ ਨੂੰ ਪਰਖਾਂ 'ਚ ਪਾਉਣਾ ਭਲਾ ਕੀਨੇ ਆ, ਪੂਰਿਆਂ ਨੂੰ ਪਰਖਾਂ 'ਚ ਪਾਉਣਾ ਭਲਾ ਕੀਨੇ ਆ, ਅਧੂਰਿਆਂ ਨੂੰ ਦੇਗਾਂ ਤੱਤੀ ਤਵੀਆਂ ਤੇ ਬਿਠਾਉਣਾ ਭਲਾ ਕੀਨੇ ਆ। ਜਿਗਰਾ ਕਰ ਬਹਿ ਜੀ, ਹੋ ਜਿਗਰਾ ਕਰ ਬਹਿ ਜੀ, ਵੇ ਕਿਤੇ ਤੇਰੀ ਪੂਰੀ ਪੈ ਜਾਏ, ਇਹ ਗਲੀਆਂ ਚਮਕੌਰ ਦੀਆਂ ਤਲੀ ਤੇ ਸਿਰ ਰੱਖ ਤੋੜਦੀਆਂ, ਉਹ ਲੱਖ ਲੱਖ ਨਾਲ ਕੱਲਾ ਖਹਿ ਜਾਏ, ਪਰਖਣ ਨਾ ਬਹਿ ਜੀ। ਜੀ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਤੁਸੀਂ, ਗਲੀਆਂ ਚਮਕੌਰ ਦੀਆਂ, ਹੈ ਨਾ। ਤਾਂ ਇਤਿਹਾਸ ਨਾਲ ਕਿੰਨਾ ਕੁ ਤੁਸੀਂ ਜਾਣਕਾਰੀ ਰੱਖਦੇ ਹੋ? ਸਰ ਮੈਂ ਐਕਚੁਅਲੀ ਜ਼ਿਆਦਾ ਉਹ ਤੁਹਾਨੂੰ ਮੈਂ ਫਿਰ ਬੇਨਤੀ ਵੀ ਗੱਲ ਕਰਦਾ ਕਿ ਮੈਂ ਜ਼ਿਆਦਾ ਸਾਹਿਤ ਨਹੀਂ ਪੜ੍ਹਿਆ। ਫਿਰ ਇਹ ਗੱਲਾਂ ਕਿੱਥੋਂ ਫੁਰਦੀਆਂ ਨੇ? ਮਤਲਬ ਦੀਪ ਦੇ ਦਿਮਾਗ ਵਿੱਚ ਇਹ ਗੱਲਾਂ ਕਿੱਥੋਂ ਆਉਂਦੀਆਂ ਨੇ? ਕਿਉਂਕਿ ਸਾਹਿਤ ਵੀ ਉਹਨੇ ਪੜ੍ਹਿਆ ਨਹੀਂ, ਇਤਿਹਾਸ ਨਾਲ ਵੀ ਬਹੁਤਾ ਜਾਣੂ ਨਹੀਂ ਹੈ, ਤਾਂ ਉਹ ਮੈਂ ਪੁੱਛਣਾ ਚਾਹੁੰਦਾ। ਨਹੀਂ, ਇਤਿਹਾਸ ਨਾਲ ਮੈਂ ਪੂਰਾ ਜਾਣੂ ਹਾਂ ਜੀ, ਪੂਰਾ ਨਹੀਂ ਮਤਲਬ, ਕਿਉਂਕਿ ਇਤਿਹਾਸ ਵੀ ਬਹੁਤ ਵੱਡਾ ਆ। ਜਿਸ ਹੁਣੀ ਗੱਲ ਕਰਕੇ ਹਟਿਆ ਮੈਂ ਸਿੱਖੀ ਬਾਰੇ, ਉਹਨਾਂ ਦਾ ਇਤਿਹਾਸ ਬਹੁਤ ਵੱਡਾ ਆ, ਹੈ ਨਾ, ਜਾਣੂ ਆ, ਪਰ ਬਹੁਤ ਵੱਡਾ। ਸਾਡੇ ਗੀਤ ਦੇ ਵਿੱਚ ਜੋ ਤੁਸੀਂ ਗੱਲਾਂ ਕੀਤੀਆਂ ਉਹ ਕਾਫੀ, ਉਹਦਾ ਦਾਇਰਾ ਉਹ ਕਾਫੀ ਵਿਸ਼ਾਲ ਹੈ ਨਾ, ਤਾਂ ਮੈਂ ਉਸ ਦੇ ਤਹਿਤ ਪੁੱਛਣ ਦੀ ਕੋਸ਼ਿਸ਼ ਕਰਾਂ। ਜੀ ਸਰ, ਐਕਚੁਅਲੀ ਇਹ ਤਾਂ ਬਹੁਤ ਸਾਰੀ ਜੱਗ ਜ਼ਾਹਰ ਗੱਲਾਂ ਆ ਕਿ ਜੋ ਚਮਕੌਰ ਸਾਹਿਬ ਗਲੀ ਵਿੱਚ ਜੋ ਹੋਇਆ ਸੀਗਾ, ਹੈ ਨਾ, ਔਰ ਇਹ ਸਿੱਖੀ ਦੇ ਨਾਲ ਤੁਹਾਨੂੰ ਪਤਾ ਕਿ ਆਪਣੇ ਕਿੱਡਾ ਵੱਡਾ ਇਤਿਹਾਸ ਹੈ, ਗੁਰੂ ਸਾਹਿਬਾਨਾਂ ਨੂੰ ਤਵੀਆਂ 'ਤੇ ਬਿਠਾਇਆ ਗਿਆ, ਹੈ ਨਾ। ਸੋ ਇਹ ਗੱਲਾਂ ਤਾਂ ਅਸੀਂ ਛੋਟੇ ਹੁੰਦੇ ਤੋਂ ਅਰਦਾਸ ਵਿੱਚ ਵੀ ਸੁਣਦੇ ਆਏ ਹਾਂ, ਹੈ ਨਾ, ਪਰ ਉਹਨੇ ਇੱਕ ਆਪਣਾ ਰੰਗ ਦਿੱਤਾ ਆ ਕਿ ਪੂਰਿਆਂ ਨੂੰ ਪਰਖਾਂ 'ਚ, ਪੂਰਿਆਂ ਨੂੰ ਕਿਹਨੇ ਪਰਖਾਂ 'ਚ ਪਾਉਣਾ ਸੀਗਾ ਜੀ। ਸੋ ਅਧੂਰੇ ਸੀਗੇ ਜਿਨ੍ਹਾਂ ਨੇ ਪਰਖਿਆ ਸੀਗਾ ਗੁਰੂਆਂ ਨੂੰ, ਗੁਰੂ ਸਾਹਿਬਾਨ ਜਿਹੜੇ ਵੀ ਕੋਈ ਚਮਤਕਾਰ ਕਰਕੇ ਦਿਖਾਉਣ ਜਾਂ ਕੁਛ ਵੀ ਕਿੱਦਾਂ ਵੀ ਆਪਣੇ ਆਪ ਨੂੰ ਹੈ ਨਾ ਸਾਬਿਤ ਕਰਨ, ਪਰ ਉਹ ਮੈਂਟੈਲਿਟੀ ਛੋਟੀ ਸੀਗੀ, ਹੈ ਨਾ। ਸੋ ਪੂਰਿਆਂ ਨੂੰ ਪਰਖਾਂ 'ਚ ਪਾਉਣਾ ਭਲਾ ਕਿਹਨੇ, ਅਧੂਰਿਆਂ ਨੂੰ ਦੇਗਾਂ ਤੱਤੀ ਤਵੀ 'ਤੇ ਬਿਠਾਉਣਾ ਭਲਾ ਕਿਹਨੇ। ਅਧੂਰਿਆਂ ਨੂੰ ਕੋਈ ਨਹੀਂ ਬਿਠਾਉਂਦਾ,
ਸ਼ਹਾਦਤ ਹਮੇਸ਼ਾ ਸੂਰਮਿਆਂ ਦੀ ਹੁੰਦੀ ਆ। ਜਿਹੜੇ ਕਹਿੰਦੇ ਕਬੂਲ ਹੈ ਉਹਨਾਂ ਨੂੰ ਤਾਂ ਮਾਫ ਕਰ ਦਿੱਤਾ ਜਾਂਦਾ। ਸੋ ਅਧੂਰਿਆਂ ਨੂੰ ਦੇਗਾਂ ਤਤੀ ਤਵੀ 'ਤੇ ਬਿਠਾਉਣਾ ਭਲਾ ਕਹਿੰਦੇ ਜਿਗਰਾ ਕਰ ਬਹਿ ਜੀ, ਅਧੂਰਿਆ ਵੇ ਕਿਤੇ ਤੇਰੀ ਪੂਰੀ ਪੈ ਜੇ। ਗੁਰੂ ਸਾਹਿਬਾਨ ਦੀ ਦੇ ਤੁਸੀਂ ਅਗਰ ਨਜ਼ਰ 'ਚ ਸਵੱਲੀ ਹੈ ਤੁਹਾਡੇ ਉੱਤੇ, ਤੁਸੀਂ ਦੁਨੀਆ ਉੱਤੇ ਜਿੰਨੇ ਮਰਜ਼ੀ ਹੀ ਉਹਨਾਂ ਦੇ ਤੁਸੀਂ ਤਕੜੀ ਨਾ ਤੁਲੋ, ਪਰ ਪ੍ਰਮਾਤਮਾ ਤੁਸੀਂ ਚੰਗੇ ਹੀ ਰਹਿ ਜਾਂਦੇ ਮੇਰੇ ਖਿਆਲ ਹੈ ਨਾ। ਸੋ ਇਹ ਕਿ ਅਧੂਰਿਆ ਵੇ ਤੇਰੀ ਕਿਤੇ ਪੂਰੀ ਪੈ ਜਾਏ, ਇਹ ਗਲੀਆਂ ਚਮਕੌਰ ਦੀਆਂ ਤਲੀ 'ਤੇ ਸਿਰ ਰੱਖ ਤੋੜਦੀਆਂ। ਇਹ ਮੰਨ ਕੇ ਚੱਲੋ ਉਹ ਜ਼ਮਾਨਾ ਸੀਗਾ ਕਿ ਚਮਕੌਰ ਦੀ ਗਲੀ ਜਿਹੜਾ ਬਾਹਰ ਆਇਆ ਉਹ ਧਰ ਕੇ ਹੀ ਆਵੇ ਆਪਣਾ ਸੀਸ, ਉਹਦੀ ਲਗਭਗ ਜਾਨ ਉਹਨਾਂ ਨੇ ਗਈ ਆ ਸਮਝ ਲਓ ਹੈ ਨਾ। ਤਾਂ ਫਿਰ ਉਹਦੇ ਵਿੱਚ ਸੂਰਮੇ ਨਿਕਲਣਾ ਜਿਹਨੇ ਨਿਕਲਣਾ ਸੀਗਾ, ਉਹ ਮੰਨ ਕੇ ਚੱਲੇ ਨਾ। ਸੋ ਕਿਹਾ ਸੀਗਾ ਕਿ ਇਹ ਗਲੀਆਂ ਚਮਕੌਰ ਦੀਆਂ ਤਲੀ 'ਤੇ ਸਿਰ ਰੱਖ ਤੋੜਦੀਆਂ, ਲੱਖ ਲੱਖ ਨਾਲ ਇਕੱਲਾ ਖਹਿ ਜੇ ਪਰ ਖਣਾ ਬਹਿ ਜੀ ਕਿਤੇ ਇਕੱਲਾ ਰਹਿ ਜੇ। ਸੋ ਹਾਂਜੀ ਜੀ ਇੱਦਾਂ ਜੀ। ਦੀਪ ਕਤਨੌਰੀਆ ਨੂੰ ਜੇ ਪੁੱਛਿਆ ਜਾਵੇ ਕਿ ਉਹਦਾ ਸਭ ਤੋਂ ਫੇਵਰੇਟ ਸਿੰਗਰ ਕੌਣ ਹੈ, ਤਾਂ ਕੋਈ ਇੱਕ ਕੌਣ ਹੋ ਸਕਦਾ? ਮੈਂ ਫਿਰ ਤੁਹਾਨੂੰ ਭਾਜੀ ਬੇਨਤੀ ਕਰਦਾ ਮੁੜ ਕੇ ਉਹੀ ਗੱਲਾਂ ਕਿ ਮੈਂ ਸੁਣਿਆ ਬਹੁਤ ਆ, ਅਤੇ ਜਦੋਂ ਮੈਂ ਕਿਸੇ ਨੂੰ ਸੁਣਿਆ ਆ ਉਦੋਂ ਮੈਨੂੰ ਉਹਦੇ ਨਸ਼ੇ 'ਚ ਰਿਹਾ ਮੈਂ ਕਾਫੀ ਸਾਲ। ਛੋਟੇ ਹੁੰਦੇ ਮੈਂ ਮੁਹੰਮਦ ਰਫੀ ਸਾਹਿਬ ਨੂੰ ਸੁਣਿਆ, ਬੜਾ ਲਤਾ ਜੀ ਨੂੰ ਸੁਣਿਆ, ਕਿਸ਼ੋਰ ਜੀ ਨੂੰ ਸੁਣਿਆ। ਮੈਨੂੰ ਲੱਗਦਾ ਸੀ ਕਿ ਇਹਨਾਂ ਤੋਂ ਵੱਡਾ ਕੋਈ ਗਵਈਆ ਨਹੀਂ ਹੈਗਾ। ਫਿਰ ਜਦੋਂ ਪੰਜਾਬੀ ਵੱਲ ਨੂੰ ਮਾਹੌਲ ਬਣਦਾ ਗਿਆ, ਜਦੋਂ ਪੰਜਾਬੀ ਵੱਲ ਨੂੰ ਆਏ ਉਦੋਂ ਫਿਰ ਕਿਦੋਂ ਯਾਰ ਦੋਸਤ ਮਿਲਦੇ ਲੋਕ, ਜਦੋਂ ਸੁਣਦੇ ਤਾਂ ਉਹ ਕਹਿੰਦੇ ਜੇ ਤੂੰ ਹਿੰਦੀ ਗਾਈ ਜਾ ਨਾ, ਪੰਜਾਬੀ ਤੈਨੂੰ ਕੁਝ ਪਤਾ। ਤਾਂ ਉਦੋਂ ਸੁਣਿਆ, ਜਦੋਂ ਮਾਨਕ ਸਾਹਿਬ ਨੂੰ ਸੁਣਿਆ, ਜਦੋਂ ਸਰਦੂਲ ਜੀ ਨੂੰ ਸੁਣਿਆ, ਜਦੋਂ ਹੰਸ ਜੀ ਨੂੰ, ਗੁਰਦਾਸ ਜੀ ਨੂੰ, ਮੁਹੰਮਦ ਸਦੀਕ ਸਾਹਿਬ ਨੂੰ, ਸੁਰਿੰਦਰ ਕੌਰ ਜੀ ਨੂੰ, ਐਸੇ ਫਿਰ ਪਾਕਿਸਤਾਨ ਦੇ ਕਿੰਨੇ ਗਵਈਏ ਹੋਏ ਆ, ਆਬਿਦਾ ਪ੍ਰਵੀਨ ਜੀ, ਉਸ ਤੋਂ ਬਾਅਦ ਨੁਸਰਤ ਫਤਿਹ ਅਲੀ ਖਾਨ, ਗੁਲਾਮ ਅਲੀ ਸਾਹਿਬ, ਮਹਿੰਦੀ ਹਸਨ ਜੀ, ਫਿਰ ਮੁਹੰਮਦ ਅਜ਼ੀਜ਼ ਜੀ, ਉਸ ਤੋਂ ਬਾਅਦ ਆਪਣਾ ਭੁਪਿੰਦਰ ਜੀ, ਐਸੇ ਸਿੰਗਰ ਸੀਗੇ। ਜਦੋਂ ਮੈਂ ਉਹਨਾਂ ਨੂੰ ਸੁਣਿਆ ਤਾਂ ਬਾਕਮਾਲ ਸੀਗੇ ਉਹ। ਸੋ ਇਸ ਕਰਕੇ ਜਦੋਂ ਮੈਂ ਕਿਸੇ ਚੀਜ਼ ਮੈਨੂੰ ਕਿਸੇ ਜ਼ੋਨ 'ਚ ਲੈ ਜਾਓ ਤਾਂ ਫਿਰ ਮੈਨੂੰ ਉਹ ਚੰਗਾ ਲੱਗਦਾ। ਮੈਂ ਕਹਿੰਦਾ ਯਾਰ ਨਹੀਂ ਯਾਰ, ਇਹਦਾ ਇੱਕ ਆਪਣਾ ਰੰਗ ਹੈ। ਜਿੱਦਾਂ ਡਾਕਟਰ ਕੋਲ ਜਾਈਏ ਕਿਸੇ ਕੋਲ, ਉਹ ਕਹਿੰਦੇ ਆ ਕਿ ਜੀ ਹਾਂਜੀ ਤੁਹਾਨੂੰ ਡਾਕਟਰ ਕਿਹੜਾ ਚੰਗਾ ਲੱਗਦਾ, ਕੋਈ ਡੈਂਟਿਸਟ ਹੈ, ਕੋਈ ਅੱਖਾਂ ਦਾ, ਕੋਈ ਕਿਸੇ ਦਾ ਆ, ਉਹ ਆਪਣੇ ਸੂਬੇ ਵਿੱਚ ਕਮਾਲ ਆ ਜੀ। ਦਿਲਾਂ ਦਾ ਸਿੰਗਰ ਕਿਹੜਾ ਚੰਗਾ ਲੱਗਦਾ ਤੁਹਾਨੂੰ? ਦਿਲਾਂ ਦੇ ਵੀ ਪੋਇਟਰੀ ਦੇ, ਉਹ ਐਕਚੁਅਲੀ ਤੁਹਾਨੂੰ ਪਤਾ ਪੋਇਟਰੀ ਨਾਲ ਸੰਬੰਧ ਆ, ਉਹ ਗਾਇਕੀ ਨਾਲ ਨਹੀਂ ਹੈਗਾ। ਤਾਂ ਦਿਲਾਂ ਦੇ ਮਾਨ ਸਾਹਿਬ ਜੀ, ਉਸ ਤੋਂ ਬਾਅਦ ਹੰਸਰਾਜ ਜੀ, ਸਰਦੂਲ ਸਿਕੰਦਰ ਜੀ, ਸੁਰਿੰਦਰ ਕੌਰ ਜੀ। ਤੁਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਮੈਂ ਤੁਹਾਡੀ ਗੱਲ ਸਮਝ ਗਿਆ। ਤਾਂ ਦੀਪ ਜੀ, ਮੈਂ ਫਿਰ ਦੁਬਾਰਾ ਤੁਹਾਡੇ ਐਜ਼ ਏ ਰਾਈਟਰ ਤੁਹਾਨੂੰ ਪੁੱਛਦਾ ਕਿ 90% ਮੰਨਿਆ ਜਾਂਦਾ ਕਿ ਜਿਹੜੇ ਲੇਖਕ ਹੁੰਦੇ ਆ ਉਹ ਦਿਲ ਟੁੱਟਣ ਤੋਂ ਬਾਅਦ ਵਿੱਚ ਜਿਹੜੀ ਆਪਣੀ ਲਿਖਤ ਦੀ ਸ਼ੁਰੂਆਤ ਕਰਦੇ ਆ। ਤੁਹਾਡੀ ਸ਼ੁਰੂਆਤ ਕਿਵੇਂ ਹੋਈ ਰਾਈਟਿੰਗ ਦੀ? ਨਹੀਂ, ਮੈਨੂੰ ਲੱਗਦਾ ਨਹੀਂ ਸਾਰਿਆਂ 'ਤੇ ਇਹ ਗੱਲ ਢੁੱਕਦੀ ਆ। ਸਾਰਿਆਂ 'ਤੇ ਨਹੀਂ ਢੁੱਕਦੀ, 10% ਮੈਂ ਬਚਾਏ ਵੀ ਆ। ਅੱਛਾ ਠੀਕ ਹੈ। ਐਕਚੁਅਲੀ ਸਰ, ਜੇ ਤਾਂ ਤੁਸੀਂ ਮੇਰੇ ਸਾਰੇ ਗੀਤ ਸੁਣੋਗੇ, ਅਗਰ ਜੇ ਤੁਹਾਨੂੰ ਲੱਗਦਾ ਕਿ ਮੈਂ ਦਿਲ ਟੁੱਟੀ ਗੱਲ ਕੀਤੀ ਸਾਰੀ, ਫਿਰ ਤਾਂ ਤੁਸੀਂ ਸਹੀ ਆਪਣੀ ਜਗ੍ਹਾ 'ਤੇ। ਦੇਖੋ, ਦਿਲ ਟੁੱਟਣਾ ਜ਼ਰੂਰੀ ਨਹੀਂ ਹੈ ਕਿ ਇੱਕ ਪ੍ਰੇਮਿਕਾ ਦੇ ਵੱਲੋਂ ਹੀ ਦਿਲ ਟੁੱਟਣਾ ਹੋਵੇ। ਉਹ ਕਿਸੇ ਵੀ ਤਰੀਕੇ, ਹੋਰ ਤਰੀਕੇ ਨਾਲ ਵੀ ਹੈ ਨਾ, ਕੋਈ ਦੁਨਿਆਵੀ ਠੋਕਰ ਵੀ ਹੋ ਸਕਦੀ ਹੈ, ਕਿਸੇ ਵੀ ਤਰੀਕੇ ਨਾਲ ਉਹ ਮੁਨਾਸਿਬ ਹੋ ਸਕਦਾ। ਨਹੀਂ ਸਰ, ਮੈਂ ਕਿਰਪਾ ਬਹੁਤ ਵੱਡੀ ਸਮਝਦਾ, ਮੈਂ ਸੱਚ ਕਹਾਂ ਤੁਹਾਨੂੰ, ਕਿਉਂਕਿ ਗਾਉਣ ਦੇ ਉੱਤੋਂ ਮੈਂ ਇੱਕ ਟਾਈਮ ਇੱਦਾਂ ਦਾ ਆ ਗਿਆ ਸੀਗਾ ਕਿ ਮੈਂ ਆਪਣੀ ਨਿਰਾਸ਼ਾ ਜੀ ਮੇਰੇ ਉੱਤੇ ਬਹੁਤ ਜ਼ਿਆਦਾ ਹਾਵੀ ਹੋ ਗਈ ਸੀ, ਔਰ ਮੈਂ ਗਾਣਾ ਛੱਡ ਵੀ ਦਿੱਤਾ ਸੀਗਾ ਕਿਉਂਕਿ ਇਹਦੇ ਵਿੱਚ ਮੈਨੂੰ ਸਫਲਤਾ ਨਹੀਂ ਮਿਲੀ, ਔਰ ਕੁਛ ਫਾਈਨੈਂਸ਼ੀਅਲੀ ਮੈਂ ਬਹੁਤ ਜ਼ਿਆਦਾ ਐਵੇਂ ਕਹਾਂ ਕਿ ਮੈਂ ਬਹੁਤ ਮਾੜੇ ਟਾਈਮ ਦਾ ਰਿਹਾ ਹਾਂ। ਹੁਣ ਤੱਕ ਉਹੀ ਦਿਨ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਮੈਂ। ਸੋ ਇਹ ਸੀਗਾ ਕਿ ਯਾਰ ਇੰਨੇ ਚੰਗੇ ਸਿੰਗਰ ਆ ਗਏ ਗਾਉਂਦੇ ਆ, ਤਾਂ ਔਰ ਮੈਂ ਲਗਭਗ ਥੋੜ੍ਹਾ ਜਿਹਾ ਪੁਰਾਣਾ ਹੋ ਗਿਆ, ਔਰ ਮੈਂ ਬਾਹਰ ਦੁਬਈ ਵਿੱਚ ਚਲ ਗਿਆ ਸੀਗਾ, ਉੱਥੇ ਕੰਮ ਕਰ ਰਿਹਾ ਸੀਗਾ, ਔਰ ਮੈਨੂੰ ਲੱਗਦਾ ਸੀਗਾ ਕਿ ਹੁਣ ਆਪਣੇ ਵੱਸ ਦੀ ਗੱਲ ਨਹੀਂ ਹੈਗੀ। ਸੋ ਉਸ ਦੇ ਵਿੱਚ ਕੋਈ ਮੁੰਡੇ ਅੱਗੇ ਗਿਟਾਰਾਂ ਵਜਾ ਰਹੇ, ਕੋਈ ਕੁਛ ਕਰ ਰਹੇ ਆ, ਤਾਂ ਮੈਂ ਹਾਰਮੋਨੀਅਮ ਪਲੇਅ ਕੀਤਾ ਸੀਗਾ। ਤਾਂ ਉਹ ਇੱਕ ਉਦਾਸੀ ਸੀਗੀ ਮੇਰੇ ਮਨ ਵਿੱਚ, ਔਰ ਬਸ ਉੱਦਾਂ ਹੀ ਵੀ ਮੈਂ ਮਨ 'ਚ ਸੀਗਾ ਕਿ ਯਾਰ ਮੈਂ ਹੁਣ ਕੋਈ ਕਿਸੇ ਤੋਂ ਗੀਤ ਲਵਾਂ, ਰੱਬ ਕਰਕੇ ਕੋਈ ਗੀਤ, ਕੋਈ ਸਿੰਗਰ ਕੋਈ ਰਾਈਟਰ ਮਿਲ ਜਾਵੇ ਜਿਹਦਾ ਕੋਈ ਚੰਗਾ ਗੀਤ ਹੋਵੇ, ਔਰ ਗੀਤ ਨੂੰ ਮੈਂ ਉਹਦੀ ਕੋਈ ਕੰਪੋਜੀਸ਼ਨ ਕਰਕੇ ਤਾਂ ਮੈਂ ਉਹਦਾ ਗੀਤ ਕਰਾਂ। ਬਟ ਉਹ ਵੀ ਮੇਰੇ ਤੋਂ ਸਫਲ ਨਹੀਂ ਹੋ ਸਕਿਆ। ਪਰ ਇੱਦਾਂ ਹੀ ਫਿਰ ਮਤਲਬ ਕਹਿ ਲਓ ਕਿ ਜਿੱਦਾਂ ਹੁਣ ਤੁਹਾਡਾ ਸੰਘਰਸ਼ ਵਿੱਚੋਂ ਬੰਦਾ ਸੋਚ ਮੈਂ ਜ਼ਿਆਦਾ ਹੀ ਸੋਚਣ ਲੱਗ ਪਿਆ, ਤਾਂ ਕਿਤੇ ਹਾਰ ਕੇ ਜਿੱਦਾਂ ਬੰਦਾ ਕਹਿੰਦਾ ਚੱਲ ਹੁਣ ਮੈਂ ਹੀ ਚੱਕ ਲੈਣਾ, ਆਪ ਹੀ ਦੇਖਦਾ ਕੀ ਹੁੰਦਾ ਹੈ ਨਾ। ਪਰ ਮੈਂ ਸੱਚੀ ਕਹਿੰਦਾ ਰੱਬ ਦੀ ਬਹੁਤ ਮਿਹਰ ਆ ਕਿ ਮੈਂ ਪਹਿਲਾਂ ਤੁਹਾਨੂੰ ਅੱਗੇ ਦੱਸਿਆ ਕਿ ਮੇਰਾ ਪਹਿਲਾ ਗੀਤ ਸੀ ਮੈਂ ਕਿੱਥੋਂ ਗੱਲ ਤੁਰਦੀ ਨਹੀਂ, ਮੈਂ ਇੰਨੀ ਤਸੱਲੀ ਬਖਸ਼ ਲੋਕਾਂ ਤੋਂ ਹੋਈ ਸੀਗੀ, ਜਿੰਨੇ ਕਿ 4 ਬੰਦੇ ਸੂਝਵਾਨ ਜਿਹੜੇ ਗਾਉਂਦੇ ਆ, ਜਦੋਂ ਮੈਂ ਉਹਨਾਂ ਨੂੰ ਸੁਣਾਇਆ ਸੀਗਾ ਤਾਂ ਮੈਨੂੰ ਕਹਿੰਦੇ ਸੀਗੇ ਕਿ ਵੀ ਮੁੰਡਿਆ ਤੂੰ ਲਿਖਤਾ ਲਿਆ ਹੈ ਗੀਤ, ਵੀ ਇਹ ਤੂੰ ਰਿਪੀਟ ਨਹੀਂ ਕਰ ਸਕਦਾ, ਤੂੰ ਇੱਦਾਂ ਦਾ ਗੀਤ। ਤੁਸੀਂ ਪ੍ਰੋਫੈਸ਼ਨਲੀ ਆਪਣੇ ਆਪ ਨੂੰ ਹੁਣ ਗਾਇਕੀ ਦੇ ਵਿੱਚ ਢਾਲ ਚੁੱਕੇ ਹੋ? ਪ੍ਰੋਫੈਸ਼ਨਲੀ ਸਰ, ਮੈਂ ਆਈ ਥਿੰਕ ਜਦੋਂ ਦੁਨੀਆ ਨੇ ਤੈਨੂੰ ਐਕਸੈਪਟ ਕਰੇ, ਉਹਨਾਂ ਚਿਰ ਮੈਂ ਇਕੱਲਾ ਕਿੱਥੇ ਗਾਈ ਜਾਵਾਂ। ਤੁਹਾਡੇ ਦਿਲ ਨੇ ਕਰ ਲਿਆ ਐਕਸੈਪਟ? ਦਿਲ ਨੇ ਬਹੁਤ ਸਾਲਾਂ ਤੋਂ ਕੀਤਾ ਹੈ ਮੇਰੇ ਨੇ। ਗੱਲ ਕੀ ਹੈ ਕਿ ਸਾਨੂੰ ਕਿਤੋਂ ਸੱਦਾ ਹੀ ਨਾ ਆਊਗਾ ਮੰਨ ਲਓ, ਤਾਂ ਮੈਂ ਘਰ ਵਿੱਚ ਇਕੱਲੇ ਥੋੜ੍ਹਾ ਮਤਲਬ ਰਿਆਜ਼ ਹੀ ਹੈ ਸਾਡੇ ਹਿੱਸੇ ਆਇਆ, ਜਾਂ ਮੈਂ ਅੱਜ ਤੁਹਾਡੇ ਕੋਲ ਆ ਗਿਆ, ਇੰਨਾ ਕੁ ਮੇਰੇ ਯਤਨ ਹੋ ਸਕਿਆ, ਬਾਕੀ ਸਾਡੀ ਪਹੁੰਚ ਨਹੀਂ ਹੋ ਸਕੀ। ਔਰ ਅੱਜ ਤੱਕ ਜਿਸ ਬੰਦੇ ਦੀ ਮੈਨੂੰ ਲੱਗਦਾ ਕਿ ਹੁਣ ਇੱਕ ਜ਼ਮਾਨਾ ਇੱਦਾਂ ਦਾ ਆ ਗਿਆ ਹੈ
ਕਿ ਸਿੰਗਰ ਦੇ ਮਾਇਨੇ ਇਹ ਆ ਕਿ ਜਿਹਦਾ ਗੀਤ ਆ ਚੁੱਕਾ ਦੁਨੀਆ ਮਤਲਬ ਮਾਰਕੀਟ ਵਿੱਚ ਆ ਗਿਆ ਆ, ਉਹਨੂੰ ਹੀ ਇੱਕ ਲੈਵਲ ਮਿਲਦਾ ਕਿ ਉਹ ਵੀ ਬੰਦਾ ਲੋਗੋ ਮਿਲਦਾ ਕਿ ਇਹ ਸਿੰਗਰ ਆ। ਔਰ ਜੇ ਤੁਸੀਂ ਆਪਣੇ ਘਰ ਬੈਠੇ ਬੈਠੇ ਸਾਲਾਂ ਸਾਲ ਹੀ ਲੱਗੇ ਰਹੋ, ਲਿਖੀ ਜਾਓ, ਗਾਈ ਜਾਓ, ਕੁਝ ਕਰੀ ਜਾਓ, ਬਟ ਜੇ ਤੁਸੀਂ ਲੋਕਾਂ ਦੇ ਸਨਮੁਖ ਨਹੀਂ ਕਿਸ ਤਰੀਕੇ ਮਤਲਬ ਹੁੰਦੇ ਵੀ ਆ ਪਰ ਤੁਹਾਡੀ ਉੱਡੀ ਯੋਗਤਾ ਨਹੀਂ ਹੈਗੀ, ਯੋਗਤਾ ਜਾਂ ਤੁਹਾਡੀ ਪਹੁੰਚ ਨਹੀਂ ਹੈਗੀ, ਤਾਂ ਤੁਸੀਂ ਹੁਣ ਤੱਕ ਵੀ ਇਹ ਸਮਝੋਗੇ ਕਿ ਤੁਸੀਂ ਆ ਗਏ ਜਾਂ ਨਹੀਂ ਆ ਗਏ। ਪਰ ਆਇਆ ਤਾਂ ਮੈਂ ਬੜੇ ਸਾਲਾਂ ਦਾ ਹਾਂ, ਪਰ ਸਾਬਤ ਨਹੀਂ ਹੋ ਸਕਿਆ ਹਾਲੇ ਤੱਕ ਮੈਂ। ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਤੁਸੀਂ ਸੋਸ਼ਲ ਮੀਡੀਆ ਦੀ ਸਹਾਇਤਾ ਲੈ ਕੇ ਕਦੇ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ? ਜੀ ਬਿਲਕੁਲ ਸਰ। ਮੇਰੇ ਗੀਤ ਮੈਂ ਆਪਣੇ ਪੁਰਾਣੇ ਮੈਂ ਗੀਤ ਜਦੋਂ ਮੈਂ ਬਾਹਰ ਦੁਬਈ ਸੀਗਾ ਜੀ, ਉੱਥੇ ਮੈਂ ਪਹਿਲੇ ਲੇਬਰ ਕਰਦਾ ਸੀਗਾ। ਲੇਬਰ ਤੋਂ ਬਾਅਦ ਫਿਰ ਮੈਂ ਸਾਲ ਬ ਸਾਲ ਮਿਹਨਤ ਕਰਕੇ ਮੈਂ ਟਰੱਕ ਲਾਇਸੈਂਸ ਬਣਾ ਲਿਆ ਜੀ, ਚਲਾਉਂਦਾ ਵਜਾਉਂਦਾ ਰਿਹਾ, ਉੱਥੇ ਚਲਾਉਂਦਾ ਰਿਹਾ ਕਾਫੀ ਸਾਲ। ਉੱਥੋਂ ਹੀ ਫਿਰ ਜਿੱਦਾਂ ਮੈਂ ਗੀਤ ਲਿਖਦਾ ਗਿਆ, ਲਿਖਣ ਤੋਂ ਬਾਅਦ ਮੈਂ ਹੌਲੀ ਹੌਲੀ ਕਰਕੇ ਮਤਲਬ ਮੈਂ ਫੇਸਬੁੱਕ 'ਤੇ ਪਾਉਣੇ ਸ਼ੁਰੂ ਕਰ ਦਿੱਤੇ ਜੀ। ਔਰ ਮੈਨੂੰ ਲੋਕਾਂ ਦਾ ਮਤਲਬ ਹੁੰਗਾਰਾ ਚੰਗਾ ਆਇਆ, ਮਤਲਬ ਨੈਗੇਟਿਵ ਬਹੁਤ ਰੇਅਰ ਹੀ ਸੀਗਾ ਕਿ ਕੋਈ ਮੈਨੂੰ ਕੋਈ ਕਹਿ ਦੇਵੇ। ਤਾਂ ਤੁਸੀਂ ਮਹਿਸੂਸ ਕੀਤਾ ਵੀ ਚਾਹੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਮੈਂ ਸਾਹਮਣੇ ਆਇਆ ਹੈ ਨਾ, ਜੇ ਮੈਂ ਘਰ ਵਿੱਚ ਬੈਠਾ ਹੀ ਗਾਉਣਾ ਰਹਿਣਾ ਤਾਂ ਘਰ ਵਿੱਚ ਬੈਠਾ ਮੈਂ ਚਾਹੇ 10 ਸਾਲ ਗਾਈ ਜਾਵਾਂ, ਜੇ ਮੈਂ ਬਾਹਰ ਨਿਕਲ ਕੇ ਦੱਸਿਆ ਨਹੀਂ ਕਿਸੇ ਨੂੰ ਕਿ ਮੈਂ ਗਾਉਣਾ ਤਾਂ ਆਈ ਥਿੰਕ ਨਹੀਂ ਕਿਸੇ ਨੂੰ ਪਤਾ ਚੱਲੂਗਾ। ਤਾਂ ਤੁਸੀਂ ਜਿਵੇਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਤਾਂ ਮੈਂ ਚਾਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਐਜ਼ ਏ ਸਿੰਗਰ ਵੀ ਆਪਣੇ ਨਾਮ ਦੇ ਨਾਲ, ਜਿਵੇਂ ਤੁਸੀਂ ਕਿਹਾ ਕਿ ਲੋਗੋ ਲੱਗ ਜਾਂਦਾ ਜਾਂ ਇੱਕ ਆਇਡੈਂਟੀਟੀ ਬਣ ਜਾਂਦੀ ਹੈ, ਤਾਂ ਜਲਦੀ ਉਸ ਆਇਡੈਂਟੀਟੀ ਨੂੰ ਆਪਣੇ ਨਾਮ ਨਾਲ ਲਾਓ। ਯਤਨ ਹੈ ਸਰ ਉਹੀ ਤੁਹਾਡੇ ਤੱਕ ਪਹੁੰਚ ਵੀ ਇਹੀ ਇੱਕ ਕੜੀ ਆ ਕਿ ਯਤਨ ਹੈਗਾ ਆ ਕਿ ਮੈਂ ਕਿਸ ਤਰੀਕੇ ਨਾਲ ਜਿੰਨਾ ਕੁ ਮੈਂ ਕਰ ਸਕਦਾ, ਜਿੰਨੇ ਕੁ ਮੇਰੇ ਕੋਲ ਸਰਮਾਇਆ ਜਾਂ ਜਿੱਦਾਂ ਵੀ ਕੁਛ ਹੈਗਾ ਉਸ ਦਾਇਰੇ ਵਿੱਚ ਰਹਿ ਕੇ ਮੈਂ ਜਿੰਨਾ ਕੁ ਕਰ ਸਕਦਾ, ਕਿਉਂਕਿ ਇਹ ਭੁੱਖ ਹੀ ਆ, ਬਹੁਤ ਤਕੜੀ ਭੁੱਖ ਹੈ ਜੀ ਮੇਰੇ ਕੋਲ। ਔਰ ਉਹੀ ਫਿਰ ਮੁੜ ਕੇ ਗੱਲ ਹੈ ਕਿ ਮੈਂ ਸਾਬਤ ਹੀ ਕਰਨਾ ਚਾਹੁੰਦਾ ਹਾਂ। ਔਰ ਸਾਬਤ ਕਰਨ ਦੇ ਵਿੱਚ ਹੁਣ ਸੋਸ਼ਲ ਮੀਡੀਆ ਹੀ ਮੈਨੂੰ ਲੱਗਦਾ ਕਿ ਇੱਕ ਮੈਨੂੰ ਸਪੋਰਟ ਕਰ ਰਿਹਾ। ਔਰ ਸਪੋਰਟ ਇੱਦਾਂ ਹੈ ਕਿ ਜਿੰਨੇ ਵੀ ਘੱਟ ਵੱਧ ਵੀ ਕਰ ਰਹੇ, ਬਟ ਇਹ ਕਰ ਰਿਹਾ ਕਿ ਯਾਰ ਤੂੰ ਯਤਨ ਕਰ, ਤੂੰ ਬਹੁਤ ਠੀਕ ਹੈ, ਤੂੰ ਮਤਲਬ ਤੂੰ ਲਿਖਿਆ ਵੀ ਚੰਗਾ ਆ ਜਿੰਨਾ ਕੁ ਲਿਖਦਾ ਆ, ਔਰ ਜਿੰਨਾ ਕੁ ਤੂੰ ਜਿਹੜਾ ਗਾਉਂਦਾ ਆ ਉਹ ਠੀਕ ਆ। ਸੋ ਮਤਲਬ ਹੈ ਇੱਦਾਂ। ਬੜਾ ਚੰਗਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਪਰ ਮੈਨੂੰ ਲੱਗਿਆ ਕਿ ਗੱਲਾਂ ਬਾਤਾਂ ਦੇ ਵਹਿਣ ਦੇ ਵਿੱਚ ਆਪਾਂ ਕਾਫੀ ਅੱਗੇ ਬਹਿ ਗਏ ਹਾਂ। ਤਾਂ ਤੁਹਾਡੇ ਕਿਸੇ ਗੀਤ ਦਾ ਕੁਛ ਜਾਇਕਾ ਲੈ ਲਿਆ ਜਾਵੇ, ਕੁਛ ਸਤਰਾਂ ਸੁਣ ਲਈਆਂ ਜਾਣ। ਜੀ ਜਿੱਦਾਂ ਸਰ ਤੁਹਾਨੂੰ ਦੱਸਿਆ ਮੈਂ ਹੁਣੇ ਕਿ ਮੈਂ ਉੱਥੇ ਡਰਾਈਵਰੀ ਕਰਦਾ ਸੀਗਾ, ਤਾਂ ਕਿਤੇ ਨਾ ਕਿਤੇ ਪੇਸ਼ਾ ਵੀ ਮੇਰੀ ਲਿਖਾਵਟ ਵਿੱਚ ਆ ਹੀ ਜਾਂਦਾ ਸੀਗਾ। ਕਿਤੇ ਨਾ ਕਿਤੇ ਕੋਈ ਅੰਤਰਾ ਲਿਖ ਹੋ ਜਾਂਦਾ ਸੀਗਾ, ਕਈ ਅੰਤਰੇ ਲਿਖੇ ਹੋਏ ਸੀ ਗੀਤਾਂ 'ਚ। ਉਹਦੇ ਵਿੱਚ ਮੈਂ ਇੱਕ ਗੀਤ ਸੀਗਾ, ਉਹਦੀ ਤੁਹਾਡੀ ਛੋਟੀ ਜਿਹੀ ਕਹਾਣੀ ਦੱਸਾਂ ਲਿਖਣ ਦੀ ਵਜ੍ਹਾ। ਹਾਂਜੀ ਜ਼ਰੂਰ ਸਰ। ਐਕਚੁਅਲੀ ਮੈਂ ਕੋਈ ਲੋਕੇਸ਼ਨ ਨਹੀਂ ਲੱਭ ਰਹੀ ਸੀ, ਮੈਨੂੰ ਟਰੱਕ ਚਲਾ ਰਿਹਾ ਸੀਗਾ ਮੈਂ, ਔਰ ਖੱਜਲ ਹੋ ਗਿਆ ਬਹੁਤ ਜ਼ਿਆਦਾ ਮੈਂ। ਔਰ ਉਹਦੇ ਵਿੱਚ ਹੀ ਯਾਰ ਇੱਕ ਗੱਲ ਸੱਚੀ ਇੱਥੋਂ ਆਈ ਆ ਕਿ ਮੰਜ਼ਿਲ 'ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼ ਹੈ। ਉਹ ਸਾਂਭ ਲਈ ਗੱਲ ਜਦੋਂ ਮਤਲਬ ਬਹੁਤ ਖੱਜਲ ਹੋ ਕੇ ਉਸ ਬਾਅਦ ਉਹ ਗੀਤ ਬਣਦਾ ਗਿਆ। ਤਾਂ ਉਹ ਤੁਹਾਡੇ ਸਾਹਮਣੇ ਕਰਦਾ ਮੈਂ। ਮੰਜ਼ਿਲ 'ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼ ਏ, ਮੰਜ਼ਿਲ 'ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼ ਏ, ਪਰ ਤੇ ਨਹੀਂ ਜੋ ਨਿੱਕੀ ਉਮਰੇ ਛੱਡ ਗਏ, ਪਰ ਤੇ ਨਹੀਂ ਜੋ ਨਿੱਕੀ ਉਮਰੇ ਛੱਡ ਗਏ, ਸੁੱਖ ਦੇ ਸਾਹਾਂ ਦੀ ਤਲਾਸ਼ ਏ। ਜ਼ਿੰਦਗੀ ਨਾ ਲਾਈ ਦੌੜ ਮੈਂ ਬਾਈ ਰੋਡ, ਦੌੜ ਮੇਰੀ ਜਾਰੀ ਏ, ਜ਼ਿੰਦਗੀ ਨਾ ਲਾਈ ਦੌੜ ਮੈਂ ਬਾਈ ਰੋਡ, ਦੌੜ ਮੇਰੀ ਜਾਰੀ ਏ। ਜਿੰਦ ਡੱਕੇ ਡੋਲੇ ਖਾਂਦੀ ਏ ਜਿਵੇਂ ਰੋਡਵੇਜ਼ ਦੀ ਲਾਰੀ ਏ, ਜਿੰਦ ਡੱਕੇ ਡੋਲੇ ਖਾਂਦੀ ਏ ਜਿਵੇਂ ਰੋਡਵੇਜ਼ ਦੀ ਲਾਰੀ ਏ। ਸਮਿਆਂ ਨਾਲ ਸਾਰ ਸਾਰ ਕੇ ਜਿੱਤ ਜਾਣਾ ਹਾਰ ਹਾਰ ਕੇ, ਸਮਿਆਂ ਨਾਲ ਸਾਰ ਸਾਰ ਕੇ ਜਿੱਤ ਜਾਣਾ ਹਾਰ ਹਾਰ ਕੇ, ਜਿੱਤ ਹਾਰਾਂ ਕਰਕੇ ਖਾਸੇ, ਜਿੱਤ ਹਾਰਾਂ ਕਰਕੇ ਖਾਸੇ, ਮੰਜ਼ਿਲ 'ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼ ਏ। ਜੀ ਬਹੁਤ ਅੱਛੀ ਗੱਲ ਹੈ ਕਿ ਜਿੱਤ ਦੀ ਤਲਾਸ਼ ਹੈ ਨਾ, ਤਾਂ ਉਹ ਬੜੇ ਖੂਬਸੂਰਤ ਲਫ਼ਜ਼ ਹੈ ਤੁਹਾਡੇ ਦੀਪ ਜੀ। ਦੀਪ, ਮੈਂ ਤੁਸੀਂ ਵਿੱਚ ਜੇ ਜ਼ਿਕਰ ਕੀਤਾ ਸੀ ਕਿ ਤੁਸੀਂ ਚੰਗੇ ਸਿੰਗਰਾਂ ਦੇ ਨਾਲ ਵੀ ਕੰਮ ਕੀਤਾ ਹੈ ਨਾ, ਉਹਦੇ 'ਤੇ ਜ਼ਰੂਰ ਕੁਛ ਚਾਨਣਾ ਪਾਓ।
ਜੀ ਸਰ ਕੰਮ ਕੀਤਾ ਮੈਂ ਐਕਚੁਅਲੀ ਬੈਕ ਮੈਂ ਉਹਨਾਂ ਦੇ ਪਿੱਛੇ ਬੈਕ ਜਿਹਦਾ ਕੋਰਸ ਕਰਦੇ ਹੁੰਦੇ ਨਾ ਜੀ ਕਿਹੜੇ ਕਿਹੜੇ ਸਿੰਗਰਾਂ ਨਾਲ ਕੋਰਸ ਕੀਤਾ? ਜੀ ਸਭ ਤੋਂ ਪਹਿਲਾਂ ਜੀ ਮੈਂ ਨਿਰਮਲ ਸਿੱਧੂ ਜੀ ਨਾਲ ਲੱਗਾ ਸੀਗਾ ਜੀ। ਨਿਰਮਲ ਸਿੱਧੂ ਜੀ ਨਾਲ ਮਿਲਣ ਦਾ ਬਹਾਨਾ ਵੀ ਇਹ ਹੋਇਆ ਕਿ ਮੈਂ ਇਸੇ ਕੰਮ ਦੀ ਤਲਾਸ਼ ਵਿੱਚ ਮੈਂ ਲੈਂਬਰ ਹੁਸੈਨਪੁਰੀ ਜੀ ਇਹਨੂੰ ਮਿਲਿਆ ਸੀਗਾ। ਉਹਨਾਂ ਦੇ ਸਟਰਗਲਿੰਗ ਟਾਈਮ ਵਿੱਚ ਜਦੋਂ ਉਹਨਾਂ ਦਾ ਇੰਨਾ ਨਾਮ ਨਹੀਂ ਸੀਗਾ ਔਰ ਉਹਨਾਂ ਦਾ ਮੈਂ ਦਫ਼ਤਰ ਖੋਲ੍ਹਦਾ ਹੁੰਦਾ ਸੀਗਾ 3-4 ਸਾਲ ਮੈਂ ਉਹਨਾਂ ਦਫ਼ਤਰ ਖੋਲ੍ਹਿਆ ਤਾਂ ਉੱਥੇ ਹੀ ਕਿਉਂਕਿ ਸਿੰਗਰਾਂ ਦੇ ਨਾਲ ਸਿੰਗਰ ਮਿਲਦੇ ਉੱਥੇ ਨਿਰਮਲ ਜੀ ਨੂੰ ਮੈਂ ਮਿਲਿਆ, ਉਹਨਾਂ ਨਾਲ ਕੰਮ ਕੋਰਸ ਕਰਨ ਲੱਗਾ। ਉਹਨਾਂ ਤੋਂ ਬਾਅਦ ਕਰਦੇ ਮੇਰਾ ਅਮਰਿੰਦਰ ਗਿੱਲ ਜੀ ਉਹਨਾਂ ਨਾਲ ਗੱਲ ਹੋਈ ਮੇਰੀ। ਉਦੋਂ ਉਹਨਾਂ ਦਾ ਆਪਣੇ ਐਲਬਮ ਆਈ ਸੀਗੀ ਦਿਲਦਾਰੀਆਂ ਤੋਂ ਬਾਅਦ ਦੀ ਗੱਲ ਹੈ ਜੀ। ਉਹਨਾਂ ਨਾਲ ਮੈਂ 2 ਸਾਲ ਕੰਮ ਕੀਤਾ। ਉਸ ਤੋਂ ਬਾਅਦ ਮੈਂ ਪ੍ਰੀਤ ਹਰਪਾਲ ਜੀ ਨਾਲ ਉਹਨਾਂ ਨਾਲ ਮੈਂ 7-8 ਸਾਲ ਕੰਮ ਕੀਤਾ ਆ ਔਰ ਪਰਸਨਲੀ ਉਹਨਾਂ ਨਾਲ ਮੈਂ ਕਾਫੀ ਅਟੈਚਮੈਂਟ ਰਹੀ ਮੇਰੀ ਉਹਨਾਂ ਨਾਲ ਔਰ ਬਹੁਤ ਚੰਗਾ ਸਮਾਂ ਬੀਤਿਆ ਉਹਨਾਂ ਨਾਲ। ਪਰ ਫਿਰ ਉਹੀ ਗੱਲ ਸੀਗੀ ਕਿ ਥੋੜ੍ਹਾ ਫਾਈਨੈਂਸ਼ਲੀ ਨਾ ਹੋਣ ਕਰਕੇ ਔਰ ਅੱਗੇ ਸਮਝ ਨਹੀਂ ਆ ਰਿਹਾ ਸੀ ਕਿ ਕਰਨਾ ਕੀ ਜ਼ਿੰਦਗੀ ਵਿੱਚ ਔਰ ਸੋ ਮੈਨੂੰ ਬਾਹਰ ਜਾਣਾ ਦੁਬਈ ਜਾਣਾ ਪੈ ਗਿਆ ਕਿਉਂਕਿ ਮੈਂ ਚਾਹੁੰਦਾ ਸੀਗਾ ਕਿ ਕਿਸ ਤਰੀਕੇ ਨਾਲ ਮੈਂ ਕੈਨੇਡਾ ਮੂਵ ਹੋ ਜਾਵਾਂ, ਭਾਵੇਂ ਕੋਈ ਕਲਾਕਾਰ ਨਾਲ ਭੱਜਵਾਂ। ਸੋਚਿਆ ਸੀਗਾ ਇੱਦਾਂ ਦਾ ਕੋਈ ਪਲਾਨ ਸੋਚਿਆ ਸੀ ਕੋਈ ਮੈਨੂੰ ਲੈ ਜਾਵੇ ਸ਼ੋਅ ਲਾਉਣੀ ਮੈਂ ਉੱਥੇ ਭੱਜ ਜਾਊਂਗਾ, ਪਰ ਉਹ ਇੱਦਾਂ ਨਹੀਂ ਹੋ ਸਕਿਆ। ਫਿਰ ਉਸ ਤੋਂ ਬਾਅਦ ਲੈ ਕੇ ਨਹੀਂ ਗਏ ਕਿ ਭੱਜਿਆ ਨਹੀਂ ਗਿਆ? ਨਹੀਂ ਲੈ ਕੇ ਐਕਚੁਅਲੀ ਉਹਨਾਂ ਦਾ ਕੋਈ ਗਲਤੀ ਨਹੀਂ ਹੈਗੀ ਕਿਉਂਕਿ ਪ੍ਰਮੋਟਰਾਂ ਦੀ ਸਾਰੀ ਗੱਲ ਹੁੰਦੀ ਆ ਤਾਂ ਉਹਦੇ ਵਿੱਚ ਮੇਰਾ ਮਤਲਬ ਇੱਕ ਅੱਧੀ ਵਾਰੀ ਹੋਇਆ ਬਟ ਉਹ ਨਹੀਂ ਹੋ ਸਕਿਆ ਕਿਸੇ ਕਾਰਨ ਕਿਉਂਕਿ ਕੋਰਸ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਕਿ ਤੈਨੂੰ ਮੁਹੱਈਆ ਨਾ ਹੋ ਸਕੇ। ਉਹ ਤਾਂ ਪਿੱਛੇ ਕੋਈ ਇੱਦਾਂ ਕਿਉਂਕਿ ਪੰਜਾਬੀ ਸਿੰਗਿੰਗ ਵੀ ਸਮਝ ਜਾਂਦਾ, ਹਿੰਦੀ ਵਿੱਚ ਬਹੁਤ ਇਹ ਮਤਲਬ ਸੈਂਸਿਟਿਵ ਜਿਹਾ ਕੰਮ ਆ। ਬਟ ਚਲੋ ਦੀਪ ਤੁਸੀਂ ਕਿਹਾ ਸੀ ਕਿ ਅੱਜ ਕੱਲ੍ਹ ਜਿੱਦਾਂ ਮੁੰਡੇ ਗਿਟਾਰਾਂ ਕਟੂਰਾਂ ਨਾਲ ਪਲੇ ਬਹੁਤ ਕਰਦੇ ਆ ਨਾ, ਪਰ ਮੈਂ ਹਾਰਮੋਨੀਅਮ ਹੀ ਪਲੇ ਕਰਦਾ ਸੀ ਤਾਂ ਹਾਰਮੋਨੀਅਮ ਦੇ ਨਾਲ ਸਾਨੂੰ ਕੁਛ ਜ਼ਰੂਰ ਸੁਣਾਓ, ਮੈਂ ਸੁਣਨਾ ਚਾਹੂੰਗਾ। ਹਾਂ ਜੀ ਬਿਲਕੁਲ ਸਰ। ਐਕਚੁਅਲੀ ਇਹ ਤਾਂ ਮੇਰਾ ਮਤਲਬ ਇੱਕ ਕਹਿ ਲਓ ਕਿ ਇੱਕ ਨਾਲ ਸਪੋਰਟ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਕਿੱਥੇ ਤੁਸੀਂ ਇਕੱਲੇ ਗਾਉਣਾ ਕਿਤੇ ਤੁਹਾਨੂੰ ਕਿਸੇ ਚੀਜ਼ ਦੀ ਹੈਲਪ ਹੈ ਔਰ ਧੰਨਵਾਦੀ ਜੀ ਬਹੁਤ ਜ਼ਿਆਦਾ ਮੈਨੂੰ ਬੜਾ ਚਾਅ ਇਸ ਗੱਲ ਦਾ। ਹਾਂਜੀ ਜ਼ਰੂਰ ਜੀ ਸਰ ਮੈਂ ਆਪਣਾ ਗੀਤ ਲਿਖਿਆ ਤੁਹਾਨੂੰ ਸੁਣਾਉਣਾ ਆਪਣਾ। ਕਦੇ ਹੁੰਦੇ ਸੀ ਹੁਣ ਹੈ ਨਹੀਂ ਕੁਛ ਵੀ, ਜੇ ਹੋਵੇ ਨਾ ਯਕੀਨ ਬੇਸ਼ੱਕ ਚਾਹੇ ਪੁੱਛ ਲਈ, ਨਾਵਾਂ ਤੋਂ ਬਾਹਾਂ ਤੋਂ ਤੱਕ ਚੜ੍ਹ ਜਾਂਦੇ ਸੀ ਜੋ ਚਾਵਾਂ ਤੋਂ, ਮਹਿਫਲਾਂ 'ਤੇ ਕੀਤੇ ਅਹਿਸਾਨ ਬੜੇ, ਰੁਸ਼ਨਾਏ ਚਿਹਰੇ ਸੀ ਬੇਜਾਨ ਬੜੇ, ਵਸੀ ਦਿਲਾਂ 'ਚ ਸੀ ਇਹ ਰੂਹੇ, ਇਹਨਾਂ ਹੱਥਾਂ ਨਾਲ ਛੂਹੇ ਅਸਮਾਨ ਬੜੇ, ਦੇਖਾਂ ਤਾਂ ਸਭ ਕੁਛ ਏ, ਸੋਚਾ ਤਾਂ ਹੁਣ ਕੁਛ ਵੀ ਨਹੀਂ, ਕਦੇ ਹੁੰਦੇ ਸੀ ਹੁਣ ਹੈ ਨਹੀਂ ਕੁਛ ਵੀ। ਸੋ ਤਾਂ ਤਰਨਮ 'ਚ ਜ਼ਰੂਰ ਸੁਣਾਓ। ਹਾਂਜੀ ਜੀ ਬਿਲਕੁਲ। ਹੋ ਕਦੇ ਹੁੰਦੇ ਸੀ ਹੁਣ ਹੈ ਨਹੀਂ ਕੁਛ ਵੀ, ਹੋ ਕਦੇ ਹੁੰਦੇ ਸੀ ਹੁਣ ਹੈ ਨਹੀਂ ਕੁਛ ਵੀ, ਜੇ ਹੋਵੇ ਨਾ ਯਕੀਨ ਬੇਸ਼ੱਕ ਚਾਹੇ ਪੁੱਛ ਲਈ, ਨਾਵਾਂ ਤੋਂ ਨਾ ਬਾਵਾਂ ਤੋਂ ਤੱਕ ਜੜ ਜਾਂਦੇ ਸੀ ਜੋ ਚਾਵਾਂ ਤੋਂ, ਮਹਿਫਲਾਂ 'ਤੇ ਕੀਤੇ ਅਹਿਸਾਨ ਬੜੇ, ਰੁਸ਼ਨਾਏ ਚਿਹਰੇ ਸੀ ਬੇਜਾਨ ਬੜੇ, ਵਸੀ ਦਿਲਾਂ 'ਚ ਸੀ ਰੂਹੇ, ਨਾ ਹੱਥਾਂ ਨਾਲ ਛੂਹੇ ਅਸਮਾਨ ਬੜੇ, ਦੇਖਾਂ ਤਾਂ ਸਭ ਕੁਝ ਵੇ, ਸੋਚਾਂ ਤਾਂ ਹੁਣ ਹੈ ਨਹੀਂ ਕੁਛ ਵੀ, ਹੋ ਕਦੇ ਹੁੰਦੇ ਸੀ ਹੁਣ ਹੈ ਨਹੀਂ ਕੁਛ ਵੀ। ਉਹ ਜ਼ਮਾਨੇ ਦਾ ਗਵਾ ਮੈਂ, ਉਹ ਨਾਨੇ ਨਾਨੀ ਦਾ ਸੀ ਚਾਅ ਮੈਂ, ਉਹ ਜ਼ਮਾਨੇ ਦਾ ਗਵਾ ਮੈਂ, ਨਾਨੇ ਨਾਨੀ ਦਾ ਸੀ ਚਾਅ ਮੈਂ, ਦੋਵੇਂ ਮੁੱਕ ਗਏ ਹੱਥ ਅੱਖਾਂ ਤੇ ਤਰਾ ਕੇ, ਆਪ ਖੋਰੇ ਕਿਤੇ ਜਾ ਕੇ ਦੋਵੇਂ ਲੁਕ ਗਏ, ਹਿੱਸੇ ਦੀ ਉਹ ਪਾਨ ਮੇਰੀ ਨਾ ਲੱਭੇ ਉਹ ਦੁਕਾਨ ਮੇਰੀ, ਜਿਹਦੇ ਪੱਕੇ ਸੀਗੇ ਗਾਹਕ ਆਉਂਦੇ ਮੇਰੇ, ਨਿੱਕੇ ਸਾਕ ਕਿੱਥੇ ਰੁਕ ਗਏ, ਉਹ ਹੁਣ ਕਬਜ਼ੇ ਹੀ ਨੇ, ਰਿਸ਼ਤੇ ਤਾਂ ਹੈ ਹੀ ਨਹੀਂ ਕੁਛ ਵੀ, ਉਹ ਹੁਣ ਕਬਜ਼ੇ ਹੀ ਨੇ, ਰਿਸ਼ਤੇ ਤਾਂ ਹੈ ਹੀ ਨਹੀਂ ਕੁਛ ਵੀ, ਹੋ ਕਦੇ ਹੁੰਦੇ ਸੀ ਹੁਣ ਹੈ ਨਹੀਂ ਕੁਛ ਵੀ।
ਵਾਹ ਜੀ ਵਾਹ ਭਾਜੀ, ਬਹੁਤ ਖੂਬਸੂਰਤ ਗੀਤ ਹੈ। ਹਾਰਮੋਨੀਅਮ ਵੀ ਤੁਸੀਂ ਬਹੁਤ ਸੋਹਣਾ ਪਲੇ ਕਰਦੇ ਹੋ। ਮੈਂ ਦੇਖਣਾ ਚਾਹੁੰਦਾ ਸੀ ਵੀ ਹਾਰਮੋਨੀਅਮ ਦੇ ਨਾਲ ਜਿਹੜਾ ਤੁਹਾਡਾ ਸੰਗੀਤ ਆ ਉਹ ਕਿੰਨੀ ਕੁ ਛਾਪ ਛੱਡਦਾ। ਤਾਂ ਵਾਕਈ ਗੀਤ ਵੀ ਤੁਹਾਡਾ ਬਾਕਮਾਲ ਲਿਖਿਆ ਹੋਇਆ। ਤੁਹਾਡੀ ਸ਼ਾਇਰੀ ਦਾ ਤਾਂ ਤੁਸੀਂ ਮੈਨੂੰ ਆਪਣਾ ਫੈਨ ਕਰ ਹੀ ਲਿਆ, ਕੀਲ ਹੀ ਲਿਆ। ਹਾਂਜੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੀਪ ਕਤਨੌਰੀਆ ਦਾ ਕੁਛ ਮਾਰਕੀਟ ਦੇ ਵਿੱਚ ਦੇਖਣ ਨੂੰ ਨਵਾਂ ਕੀ ਮਿਲ ਰਿਹਾ? ਸਰ ਫਿਲਹਾਲ ਤਾਂ ਮੇਰਾ ਇੱਕ ਗੀਤ, ਮੈਂ ਤੁਹਾਨੂੰ ਜਦੋਂ ਦੱਸਿਆ ਪਹਿਲਾਂ ਵੀ ਕਿ ਮੇਰਾ ਇੱਕ ਗੀਤ ਆ ਚੁੱਕਾ ਆਲਰੇਡੀ, ਕੀ ਦੱਸੇਂਗੀ, ਉਹ ਵੀ ਮੇਰਾ ਹੀ ਲਿਖਿਆ ਹੋਇਆ ਹੈ। ਔਰ ਉਸ ਤੋਂ ਬਾਅਦ ਹੁਣ ਮੈਂ ਇੱਕ ਦੋ ਗੀਤ ਆਪਣੇ ਆਲਰੇਡੀ ਮਿਊਜ਼ਿਕ ਕਰਾ ਚੁੱਕਾ ਉਹਨਾਂ ਦਾ। ਬਟ ਤੁਹਾਨੂੰ ਪਤਾ ਜਦੋਂ ਅੱਜ ਕੱਲ੍ਹ ਮਾਹੌਲ ਕਿੱਦਾਂ ਦਾ ਹੈ ਕਿ ਵੀਡੀਓ ਵੀ ਮੰਗਦੇ ਆ, ਐਡਵਰਟਾਈਜ਼ਮੈਂਟ ਵੀ ਹੈ। ਸੋ ਉਸ ਕਰਕੇ ਥੋੜ੍ਹਾ ਜਿਹਾ ਸੰਘਰਸ਼ ਔਰ ਭਾਲ ਜਾਰੀ ਆ ਕਿ ਕੋਈ ਇੱਦਾਂ ਦਾ ਕੋਈ ਕੰਪਨੀ ਨਾਲ ਹੱਥ ਪੈ ਜਾਵੇ ਕਿ ਜਿਹੜਾ ਕਮ ਸੇ ਕਮ ਸਾਨੂੰ ਕੁਛ ਸਪੋਂਸਰ ਹੋ ਜਾਵੇ ਕਿ ਚਲੋ ਐਟਲੀਸਟ ਅਸੀਂ ਵੀਡੀਓ ਕਰ ਦਿੰਦੇ ਹਾਂ ਜਾਂ ਤਾਂ ਕੋਈ ਐਡਵਰਟਾਈਜ਼ਮੈਂਟ ਨਾ, ਕਿਉਂਕਿ ਅੱਜ ਕੱਲ੍ਹ ਇਹ ਵੀ ਇੱਕ ਸਮੇਂ ਦੀ ਮੰਗ ਹੈ ਕਿ ਜਿੰਨਾ ਚਿਰ ਕੁਛ ਦਿਖਦਾ ਨਹੀਂ ਤਾਂ ਕੋਈ ਵਿਕਦਾ ਨਹੀਂ ਹੈਗਾ। ਸੋ ਮਤਲਬ 2 ਗਾਣੇ ਮੇਰੇ ਤੋਂ ਕੀਤੇ ਪਏ ਆ, ਪਰ ਉਹਦੀ ਪਛਾਣ ਹੀ ਆ। ਔਰ ਇਹ ਯਤਨ ਜਿਹੜਾ ਉਹਦਾ ਹੀ ਇੱਕ ਕੜੀ ਹੈ ਕਿ ਮੈਂ ਤੁਹਾਡੇ ਕੋਲ ਆਇਆ ਕਿ ਤੁਹਾਡੇ ਚੈਨਲ ਦੇ ਜ਼ਰੀਏ ਵੀ ਸਾਡਾ ਕੁਛ ਕਿਸੇ ਚੰਗੇ ਸਰੋਤੇ ਜਾਂ ਕਈ ਚੰਗੇ ਸੁਣਨ ਵਾਲੇ ਜਾਂ ਕੁਛ ਇਸ ਫੀਲਡ ਵਿੱਚ ਆਪਣਾ ਰੱਖਣ ਵਾਲੇ ਤੱਕ ਪਹੁੰਚ ਹੋ ਸਕੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਦੀਪ ਜੀ, ਕਿਉਂਕਿ ਕਹਿੰਦੇ ਆ ਕਿ ਨੀਤਾਂ ਨੂੰ ਮੁਰਾਦਾਂ, ਹੈ ਨਾ। ਤਾਂ ਜੇ ਨੀਤਾਂ ਚੰਗੀਆਂ ਤਾਂ ਜ਼ਾਹਿਰ ਜੀ ਗੱਲ ਹੈ ਕਿ ਮੁਰਾਦਾਂ ਵੀ ਚੰਗੇ ਤਰੀਕੇ ਨਾਲ ਪੂਰੀਆਂ ਹੁੰਦੀਆਂ। ਜਾਂਦੇ ਜਾਂਦੇ MG ਟੈਲੀਕਾਸਟ ਦੇ ਦਰਸ਼ਕਾਂ ਨੂੰ ਕੁਛ ਸੁਨੇਹਾ ਦੇਣਾ ਚਾਹੁੰਦੇ ਹੋ? ਹਾਂਜੀ ਸਰ, ਮੈਂ ਸੁਨੇਹਾ ਆਪਣੇ ਸਰੋਤਿਆਂ ਨੂੰ, ਤੁਹਾਡੇ ਜਿੰਨੇ ਵੀ ਦੇਖਣ ਵਾਲੇ ਆ, ਮੈਂ ਆਪਣੇ ਗੀਤਾਂ ਜ਼ਰੀਏ ਹੀ ਦੇ ਸਕਦਾ ਜੀ। ਔਰ ਕਈਆਂ ਗੀਤਾਂ 'ਚੋਂ ਇੱਕ ਮੇਰਾ ਗੀਤ ਬਹੁਤ ਪਸੰਦੀਦਾ ਆ। ਜੋ ਦੁਨੀਆ ਦਾ ਮਾਹੌਲ ਜਿੱਦਾਂ ਦਾ, ਜੋ ਆਪਣੀ ਸਹੂਲਤਾਂ ਆ ਉਹਨਾਂ ਦਾ ਜੋ ਆਪਾਂ ਮਤਲਬ ਸਦ ਉਪਯੋਗ ਵੀ ਔਰ ਦੁਰਉਪਯੋਗ ਵੀ ਹੈ ਨਾ। ਤਾਂ ਫਿਰ ਮੈਂ ਚਾਹੂੰਗਾ ਕਿ ਅਖੀਰਲੇ ਗੀਤ ਦਾ ਤੁਹਾਡਾ ਲੁਤਫ ਵੀ ਲੈਂਦੇ ਹਾਂ ਅਤੇ ਵਿੱਚ ਦੀ ਵਿੱਚ ਸੁਨੇਹਾ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਜੀ। ਅਸ਼ਕੇ ਤਰੱਕੀਏ ਤੇ ਬੱਲੇ ਤੁਹਾਡੇ ਖੋਜੀਓ, ਮਨ ਆਈਆਂ ਕਰੋ ਹੁਣ ਕਹਿੰਦੇ ਮਨ ਮੌਜੀਓ, ਮਾਰੋ ਲੁੱਟੋ ਕਮਲ ਕੁੱਟੋ ਬਈ ਜੀ ਦੀਆਂ ਚਾਹੇ ਜੜ੍ਹਾਂ ਪੁੱਟੋ ਬਈ, ਕਮਲਿਆਂ ਨੂੰ ਕਹਿੰਦੇ ਗੰਨ ਫੜਾ ਕੇ ਜਿਹੜਾ ਦੀ ਦਾ ਮਾਰ ਸੁੱਟੋ ਬਈ, ਪਰ ਖੁਦ ਤੇ ਹੀ ਅਸਲਾ ਚਲਾ ਕੇ ਬਹਿ ਗਏ ਫੌਜੀਓ, ਅਸ਼ਕੇ ਤਰੱਕੀਏ ਬੱਲੇ ਤੁਹਾਡੇ ਖੋਜੀਓ, ਸੜਕਾਂ ਤੇ ਹਾਦਸੇ ਹੁਣ ਤੁਹਾਡੇ ਲਈ ਤਮਾਸ਼ੇ ਹੋਊ, ਮਰਦੇ ਦਾ ਤੱਕ ਕੇ ਤਮਾਸ਼ਾ ਸਾਰੇ ਪਾਸੇ ਹੋਊ, ਨਿਤ ਲਾਈਕ ਸ਼ੇਅਰ ਕਮੈਂਟ ਕਰੋ ਜੀ, ਇੰਜੋਏ ਐਕਸੀਡੈਂਟ ਕਰੋ ਜੀ, ਮਰਨਾ ਕਿਸੇ ਨੂੰ ਰਾਸਤਾ ਆਵੇ ਐਪਰੀਸ਼ੀਏਟ ਟੈਲੈਂਟ ਕਰੋ ਜੀ, ਫੇਰ ਕੁੰਡੀ ਫੋਨ ਲੈ ਕੇ ਫੇਰ ਫੋਨ ਕੁੰਡੀ ਬੰਦ ਕਰਕੇ ਸੋ ਜੀਓ, ਅਸ਼ਕੇ ਤਰੱਕੀਏ ਬੱਲੇ ਤੁਹਾਡੇ ਖੋਜੀਓ, ਮਨ ਆਈਆਂ ਕਰੋ ਹੁਣ ਕਹਿੰਦੇ ਮਨ ਮੌਜੀਓ। ਧੰਨਵਾਦ ਜੀ। ਹਾਂਜੀ ਵਾਹ, ਬਹੁਤ ਅੱਛੇ, ਬਹੁਤ ਖੂਬਸੂਰਤ ਗੱਲਾਂ ਕੀਤੀਆਂ ਤੁਸੀਂ ਇਸ ਗੀਤ ਦੇ ਵਿੱਚ, ਬੜੇ ਤੱਤ ਕੱਢ ਕੇ ਦੱਸੇ ਆ, ਹੈ ਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਖਿਆਲ 'ਚ ਜਿੰਨੀਆਂ ਵੀ ਆਪਣੀਆਂ ਗੱਲਾਂ ਹੋਈਆਂ, ਮੈਨੂੰ ਨਿੱਜੀ ਤੌਰ 'ਤੇ ਸਾਰੀ ਗੱਲਬਾਤ ਬਹੁਤ ਚੰਗੀ ਲੱਗੀ। ਬਾਕੀ ਤੁਹਾਡਾ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਡੇ ਵਰਗਿਆਂ ਨਵਿਆਂ ਨੂੰ ਔਰ ਜਿਹਨੇ ਅਸੀਂ ਯਤਨਸ਼ੀਲ ਹਾਂ ਹੁਣ ਤੱਕ ਕੰਮ ਵਿੱਚ, ਉਹਦਾ ਸਹਾਰਾ ਬਣਦੇ ਹੋ। ਔਰ ਮੈਂ ਅਰਦਾਸ ਕਰਦਾ ਕਿ ਤੁਹਾਡਾ ਚੈਨਲ ਬਹੁਤ ਬਹੁਤ ਤਰੱਕੀਆਂ ਕਰੇ। ਸੋ ਇੱਕ ਵਾਰ ਫਿਰ ਜੀ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਸ਼ੁਕਰੀਆ ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਸਾਡੇ ਨਾਲ ਗੁਣਾਂ ਦੀ ਗੁਥਲੀ ਸਿੰਗਰ, ਕੰਪੋਜ਼ਰ ਅਤੇ ਰਾਈਟਰ ਦੀਪ ਕਤਨੌਰੀਆ ਜੀ, ਜਲੰਧਰ ਤੋਂ। ਸਾਡਾ ਦੀਪ ਕਤਨੌਰੀਆ ਜੀ ਦੇ ਨਾਲ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗਿਆ, ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਬਾਕਸ ਕਰਕੇ ਆਪਣੀ ਕੀਮਤੀ ਰਾਏ ਦੇ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਕਿਸੇ ਮਨਪਸੰਦ ਕਲਾਕਾਰ ਨੂੰ ਅਸੀਂ ਤੁਹਾਡੇ ਰੂਬਰੂ ਕਰੀਏ, ਤਾਂ ਉਹਦਾ ਨਾਂ ਪਤਾ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ, ਅਸੀਂ ਉਹਦੇ ਤੱਕ ਜ਼ਰੂਰ ਪਹੁੰਚ ਕਰਾਂਗੇ। ਸੋ ਦੋਸਤੋ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇੰਨੇ ਦੇ ਨਾਲ ਇਜਾਜ਼ਤ ਲੈਂਦੇ ਹਾਂ। ਕੈਮਰਾਮੈਨ ਨਵਦੀਪ ਸਿੰਘ ਬਰਾੜ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਮਨਜਿੰਦਰ ਕੁਮਾਰ, MG ਟੈਲੀਕਾਸਟ। ਸ਼ੁਕਰੀਆ।